ਉਹ ਨਾ ਮੈਂ ਅੰਗ 1379 1379 ਅਤੇ 26ਵਾਂ ਆਪਾਂ ਸ਼ਲੋਕ ਲੈ ਰਹੇ ਹਾਂ 26th। ਇਹ ਬਹੁਤ ਜ਼ਰੂਰੀ ਹੈਗਾ ਜਿਹੜਾ ਹੈਗਾ ਨਾ, ਇਹ ਆਪਾਂ ਸ਼ਬਦ ਜਿਹੜਾ ਹੈਗਾ ਆਪਣੇ ਸਾਹਮਣੇ ਹੋਣਾ ਚਾਹੀਦਾ। ਇਹ ਜਿਹੜੀ ਹੈਗੀ ਇਹ ਕੋਈ ਜਿਹੜੀ ਹੈਗੀ ਕਥਾ ਜਾਂ ਵਿਚਾਰ ਜਿਹੜੀ ਹੈਗੀ ਆ ਖਾਲੀ ਸੁਣਨ ਵਾਲੀ ਨਹੀਂ ਹੈਗੀ ਭਾਈ। ਇਹ ਗੁਰਬਾਣੀ ਜਿਹੜੀ ਹੈਗੀ ਇਹਨੂੰ ਅੱਖਾਂ ਦੇ ਨਾਲ ਦੇਖਣਾ ਹੈ ਆਪਾਂ ਨੇ ਵੀ ਗੁਰੂ ਦੀ ਬਾਣੀ ਕੀ ਕਹਿ ਰਹੀ ਹੈ, ਔਰ ਆਪਾਂ ਨੂੰ ਜਿਹੜੀ ਸਾਹਮਣੇ ਵਾਲਾ ਵਿਚਾਰ ਦੇ ਰਿਹਾ ਆ ਉਹ ਆਪਾਂ ਵੀ ਆਪਣੀ ਬੁੱਧੀ ਲਗਾਉਣੀ ਆ ਭਾਈ ਕਿ ਇਹ ਬਾਣੀ ਸਹੀ ਇਹੀ ਕਹਿ ਰਹੀ ਹੈ ਜਾਂ ਸਾਹਮਣੇ ਵਾਲਾ ਕੁਛ ਹੋਰ ਹੀ ਆਪਣੇ ਮਨ ਦੀਆਂ ਮਾਰੀ ਜਾ ਰਿਹਾ। ਕਿਉਂਕਿ ਅੱਖਾਂ ਦੇ ਨਾਲ ਆਪਾਂ ਦੇਖਾਂਗੇ ਤਦ ਜਿਹੜਾ ਹੈਗਾ ਆਪਾਂ ਨੂੰ ਜਿਹੜਾ ਹੈਗਾ ਇਹਦੇ ਬਾਰੇ ਜਿਹੜਾ ਹੈਗਾ ਆਪਾਂ ਆਪਣਾ ਮਨ ਵੀ ਨਾਲੇ ਕੇਂਦਰਿਤ ਰਹੂਗਾ ਔਰ ਇਹ ਵਿਚਾਰ ਜਿਹੜੀ ਹੈਗੀ ਆਪਣੇ ਅੰਦਰ ਜਿਹੜੀ ਹੈਗੀ ਹਿਰਦੇ 'ਚ ਜਾਏਗੀ। ਇਹ ਬੇਨਤੀ ਹੈਗੀ ਜੀ ਸੰਗਤ ਜੀ, ਇਹਨੂੰ ਪਲੀਜ਼, ਕਿਉਂਕਿ ਇਹ ਜਿਹੜੀ ਹੈਗੀ ਆ ਇਹ ਤਾਂ ਆਪਣੇ ਅੰਦਰ ਵਸਾਉਣੀ ਆ। ਜੋ ਵੀ ਇਹ ਬਾਣੀ ਜੋ ਕਹਿ ਰਹੀ ਆ, ਜੋ ਵੀ ਇਹ ਆਪਾਂ ਨੂੰ ਸੇਧ ਦੇ ਰਹੀ ਆ, ਇਹਦੇ ਅਨੁਸਾਰ ਆਪਾਂ ਨੇ ਗੁਰਬਾਣੀ ਬਣੀਏ। ਮਹਾਰਾਜ ਕਹਿੰਦੇ ਗੁਰਬਾਣੀ ਬਣੀਏ, ਬਣਨਾ ਹੈ ਇਹਦੇ ਇਹ ਜੋ ਕਹਿ ਰਹੀ ਆ ਉਹਦੇ ਅਨੁਸਾਰ ਆਪਾਂ ਨੇ ਆਪਣੇ ਆਪ ਨੂੰ ਚੇਂਜ ਕਰਨਾ ਹੈ। ਉਸ ਰਸਤੇ 'ਤੇ ਆਪਾਂ ਨੇ ਚੱਲਣਾ ਹੈਗਾ। ਫਰੀਦਾ ਮੈਂ ਭੁਲਾਵਾ ਪੱਗ ਦਾ, ਮਤ ਮੈਲੀ ਹੋ ਜਾਏ, ਗਹਿਲਾ ਰੂਹ ਨਾ ਜਾਣੀ, ਸਿਰ ਪੇ ਮਿੱਟੀ ਖਾਏ। ਫਰੀਦ ਜੀ ਜਿਹੜੇ ਹੈਗੇ ਕਹਿੰਦੇ ਆ ਵੀ ਮੈਨੂੰ ਆਪਣੀ ਪੱਗ ਦਾ ਭੁਲਾਵਾ ਹੈਗਾ। ਇਹਦਾ ਮਤਲਬ ਫਰੀਦ ਜੀ ਜਿਹੜੇ ਹੈਗੇ ਮੁਸਲਮਾਨ ਹੈਗੇ ਅਤੇ ਮੁਸਲਮਾਨ ਹੋ ਕੇ ਵੀ ਇਹ ਪੱਗ ਬੰਨ੍ਹਦੇ ਸੀਗੇ। ਆਪਾਂ ਜਿਹੜੇ ਹੈਗੇ ਦੇਖ ਲਓ ਭਾਈ, ਫਰੀਦਾ ਮੈਂ ਭੁਲਾਵਾ ਪੱਗ ਦਾ, ਮਤ ਮੈਲੀ ਹੋ ਜਾਏ, ਗਹਿਲਾ ਰੂਹ ਨਾ ਜਾਣੇ, ਸਿਰ ਵੀ ਮਿੱਟੀ ਖਾਏ। ਕਹਿੰਦੇ ਮੇਰੀ ਰੂਹ ਨੂੰ, ਮੇਰੀ ਆਤਮਾ ਨੂੰ, ਮੇਰੇ ਮਨ ਨੂੰ ਐਸਾ ਜਿਹੜਾ ਹੈਗਾ ਇਹ ਜਿਹੜਾ ਹੈਗਾ ਮਾਇਆ ਦੇ ਵਿੱਚ, ਸੰਸਾਰ ਦੇ ਵਿੱਚ ਐਸੀ ਜਿਹੜੀ ਹੈਗੀ ਘੂਕੀ ਚੜੀ ਹੋਈ ਹੈ। ਇਹਨੂੰ ਇਸ ਤਰ੍ਹਾਂ ਜਿਹੜਾ ਹੈਗਾ ਲਾਪਰਵਾਹ, ਬੇਪਰਵਾਹ, ਇਹ ਬੇਪਰਵਾਹ ਹੋਈ ਪਈ ਆ। ਇਹਨੂੰ ਪਤਾ ਹੀ ਨਹੀਂ ਹੈ ਵੀ ਇਹ ਸਿਰ ਜਿਹੜਾ ਹੈਗਾ, ਇਹ ਸਰੀਰ ਜਿਹੜਾ ਹੈਗਾ ਇਹਨੇ ਚਲੇ ਜਾਣਾ ਹੈ। ਗਹਿਲਾ ਰੂਹ ਨਾ ਜਾਣੀ, ਸਿਰ ਪੇ ਮਿੱਟੀ ਖਾਏ। ਵੀ ਇਹ ਸਿਰ ਜਿਹੜਾ ਹੈਗਾ ਜਿੱਥੇ ਪੱਗ ਬੰਨ੍ਹ ਰਿਹਾ ਤੈਨੂੰ ਪੱਗ ਦਾ ਭੁਲਾਵਾ ਹੈਗਾ। ਵੀ ਪੱਗ ਜਿਹੜੀ ਹੈ ਸੰਸਾਰ ਦੇ ਵਿੱਚ ਜਿਹੜੀ ਹੈਗੀ ਤੈਨੂੰ ਫੋਕੀ ਜਿਹੜੀ ਹੈਗੀ ਆਪਣੀ ਜਿਹੜੀ ਹੈਗੀ ਹੰਕਾਰ ਜਿਹੜਾ ਹੈਗਾ, ਹਉਮੈ ਜਿਹੜੀ ਹੈਗੀ ਆ, ਇਹਦੀ ਫਿਕਰ ਆ ਤੈਨੂੰ। ਫਰੀਦਾ ਮੈਂ ਭੁਲਾਵਾ ਪੱਗ ਦਾ, ਮਤ ਮੈਲੀ ਹੋ ਜਾਏ, ਗਹਿਲਾ ਰੂਹ ਨਾ ਜਾਣੇ, ਸਿਰ ਪੇ ਮਿੱਟੀ ਖਾਏ। ਭਾਈ ਇਹ ਸਰੀਰ ਵੀ ਚਲੇ ਜਾਣਾ ਹੈ। ਇਸ ਕਰਕੇ ਮਨ ਦੀ ਮੈਲ ਜਿਹੜੀ ਹੈਗੀ ਆ, ਆਪਾਂ ਜਿਹੜੇ ਸੰਸਕਾਰ ਹੈਗੇ ਆ ਉਹਨਾਂ ਨੂੰ ਆਪਾਂ ਜਿਹੜੇ ਹੈਗੇ ਆ ਸੰਸਕਾਰ ਮਿਟਾਈਏ ਆਪਣੇ ਅੰਦਰੋਂ, ਜਿਹਦੇ ਵਾਸਤੇ ਆਪਾਂ ਨੂੰ ਇਹ ਮਨੁੱਖੀ ਸਰੀਰ, ਮਨੁੱਖੀ ਜੀਵਨ ਮਿਲੀ ਹੋਈ ਆ। ਔਰ ਮਾਲਕ ਪਰਮਾਤਮਾ ਦੇ ਜਿਹੜੇ ਹੈਗੇ ਆ ਆਪਣੀ ਆਤਮਾ ਦੇ ਜਿਹੜੇ ਹੈਗੇ ਨੇੜੇ ਹੋਈਏ। ਹਾਂਜੀ ਸੁਖਵਿੰਦਰ ਜੀ। ਜੀ ਬੜੀ ਡੂੰਘੀ ਗੱਲ ਕਰ ਰਹੇ ਹੈ ਫਰੀਦ ਸਾਹਿਬ ਕਿ ਵੀ ਤੂੰ ਬਾਹਰੀ ਦਾ ਫਿਕਰ ਕਰੀ ਜਾਂਦਾ ਹੈ, ਕੱਪੜਿਆਂ ਦਾ, ਜਿਹੜੀ ਸਰੀਰ ਦਾ, ਤੇ ਤੈਨੂੰ ਇਹ ਨੀ ਪਤਾ ਤੇਰੇ ਅੰਦਰ ਜਿਹੜਾ ਤੇਰਾ ਮਨ ਹੈ ਤੇ ਉਹਦਾ ਵੀ ਕੋਈ ਯਤਨ ਕਰਨਾ। ਬਿਲਕੁਲ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਉਹਦੀ ਵੀ ਤਾਂ ਗੱਲ ਕਰਨਾ। ਕੋਈ ਕਦੋਂ ਕਰੇਗਾ ਉਹ ਮਨ ਨੂੰ? ਕਿਉਂਕਿ ਮਨ ਨੂੰ ਜਿੰਨੀ ਦੇਰ ਤੂੰ ਦੇਖੇਗਾ ਨਹੀਂ ਕਿ ਇਹ ਕੀ ਕਰਦਾ ਫਿਰਦਾ ਹੈ, ਇਹਨੂੰ ਆਪਣੇ ਮੂਲ ਦਾ ਹੀ ਨਹੀਂ ਪਤਾ ਕਿੱਥੋਂ ਆਇਆ, ਮੈਂ ਕੀ ਕਰਨਾ ਹੈ, ਮੈਂ ਕੌਣ ਆ, ਉਹ ਜਿੰਨੀ ਦੇਰ ਤੂੰ ਉਹਦਾ ਨਹੀਂ ਕਰੇਗਾ ਤਾਂ ਫਿਰ ਤੈਨੂੰ ਤਾਂ ਪਤਾ ਹੈ ਕਿ ਤੂੰ ਪੱਗ ਦਾ ਫਿਕਰ ਮੀਨਸ ਤੂੰ ਸਰੀਰ ਦਾ ਜਿਹਨੇ ਮਿੱਟੀ ਹੋ ਜਾਣਾ, ਰੁਲ ਜਾਣਾ। ਤੂੰ ਪੱਗ ਦੀ ਗੱਲ ਕਰਦੇ ਤਾਂ ਸਰੀਰ ਨੇ ਵੀ ਮਿੱਟੀ ਹੋ ਜਾਣਾ ਕਹਿੰਦੇ। ਤੇ ਤੂੰ ਇਹ ਬਾਹਰੀ ਜਿਹੜਾ ਨਾ ਇਹ ਭੇਸ ਭੂਸਾ ਜਾਂ ਭੂਸ਼ਾ ਜਾਂ ਜਿਹੜਾ ਤੇਰਾ ਸਰੀਰ ਆ ਉਹਨੂੰ ਛੱਡ ਕੇ ਉਹ ਅੰਦਰ ਦੀ ਯਾਤਰਾ ਦਾ ਧਿਆਨ ਕਰ, ਤਾਂ ਕਿ ਤੇਰਾ ਕੋਈ ਅੱਗੇ ਦਾ ਤੇਰੀ ਜਿਹੜੀ ਤੈਨੂੰ ਜਿਹੜਾ ਤੇਰਾ ਜੀਵਨ ਸਫਲ ਹੋਵੇ, ਜਿਹੜੇ ਕੰਮ ਆਇਆ ਤੂੰ ਉਸਨੂੰ ਜਾਣਨ ਲਈ ਕਿ ਮੈਂ ਕੌਣ ਆ। ਬਿਲਕੁਲ ਜੀ। ਫਰੀਦਾ ਸ਼ੱਕਰ ਖੰਡ ਨਿਵਾਤ ਗੁੜ,
ਮਾਖਿਓ ਮਾਝਾ ਦੁੱਧ, ਸਭੇ ਵਸਤੂ ਕੌੜੀਆਂ ਸਭੇ ਵਸਤੂ ਮਿੱਠੀਆਂ, ਰੱਬ ਨਾ ਪੂਜਣ ਤੁਧ। ਫਰੀਦਾ ਸ਼ੱਕਰ ਖੰਡ ਨਿਵਾਤ ਗੁੜ, ਮਾਖਿਓ ਮਾਝਾ ਦੁੱਧ। ਆ ਦੁਨੀਆ ਦੇ ਪਦਾਰਥ ਹੈਗੇ, ਦੁਨੀਆ ਦੇ ਵਿੱਚ ਜਿਨ੍ਹਾਂ ਨੂੰ ਮਿੱਠਾ ਕਹਿੰਦੇ ਆਪਾਂ, ਸ਼ੱਕਰ, ਖੰਡ, ਨਿਵਾਤ ਕਹਿੰਦੇ ਆ ਮਿਸ਼ਰੀ, ਗੁੜ, ਮਾਖਿਓ ਸ਼ਹਿਦ, ਮਾਝਾ ਦੁੱਧ, ਦੁੱਧ ਮੱਝ ਦਾ। ਇਹ ਸੰਸਾਰ ਦੇ ਪਦਾਰਥ, ਅਰਥਾਤ ਸੰਸਾਰ ਦੇ ਜਿਹੜੇ ਪਦਾਰਥ ਹੈਗੇ ਆ, ਜਿਨ੍ਹਾਂ ਦੇ ਉੱਤੇ ਤੂੰ ਇੰਨਾ ਡੁੱਲਿਆ ਪਿਆ ਆ ਕਿ ਤੈਨੂੰ ਜਿਹੜਾ ਹੈਗਾ ਮਾਲਕ ਪਰਮਾਤਮਾ ਦਾ ਰਸਤਾ ਜਿਹੜਾ ਹੈਗਾ ਉਹ ਸੈਕੰਡਰੀ ਲੱਗਦਾ। ਤੈਨੂੰ ਜਿਹੜਾ ਹੈਗਾ ਮਾਲਕ ਦਾ ਰਸਤਾ ਜਿਹੜਾ ਹੈਗਾ ਉਹ ਤੇਰੇ ਅੰਦਰ ਇੱਛਾ ਹੀ ਨਹੀਂ ਜਾਗਦੀ। ਇਹ ਪਦਾਰਥਾਂ ਦੀ ਵਜ੍ਹਾ ਨਾਲ ਤੂੰ ਇਹਨਾਂ ਨੂੰ ਜਿਹੜਾ ਹੈਗਾ, ਸਵਾਦਾਂ ਨੂੰ, ਪਦਾਰਥਾਂ ਨੂੰ ਜਿਹੜਾ ਹੈਗਾ, ਇਹਨਾਂ ਨੂੰ ਤੂੰ ਜ਼ਿਆਦਾ ਮਹੱਤਵ ਦਿੰਦਾ ਹੈ। ਉਹ ਮਾਲਕ ਤੋਂ ਜ਼ਿਆਦਾ ਮਹੱਤਵ ਦਿੰਦਾ ਹੈ। ਅਤੇ ਆ ਫਰੀਦ ਜੀ ਜਿਹੜੇ ਬ੍ਰਹਮ ਗਿਆਨੀ ਹੈਗੇ, ਜਿਨ੍ਹਾਂ ਨੇ ਕਿ ਉਹ ਨਾਮ ਜਿਹੜਾ ਹੈਗਾ ਅੰਮ੍ਰਿਤ ਰਸ ਜਿਨ੍ਹਾਂ ਨੇ ਪੀਤਾ ਹੈਗਾ, ਉਹ ਕਹਿੰਦੇ ਆ ਸਭੇ ਵਸਤੂ ਮਿੱਠੀਆਂ, ਰੱਬ ਨਾ ਪੂਜਣ ਤੁਧ। ਕਹਿੰਦੇ ਮੇਰੇ ਮਾਲਕਾ, ਸਾਰੇ ਪਦਾਰਥ ਦੁਨੀਆ ਦੇ ਮਿੱਠੇ ਜਿਹੜੇ ਇਕੱਠੇ ਕਰ ਲਓ ਅਤੇ ਉਹ ਨਾਮ ਦੇ ਬਰਾਬਰ, ਤੇਰੇ ਬਰਾਬਰ ਜਿਹੜੇ ਹੈਗੇ ਨਹੀਂ ਪਹੁੰਚਦੇ। ਉਹ ਅੰਮ੍ਰਿਤ ਰਸ ਦੇ ਬਰਾਬਰ ਨਹੀਂ ਪਹੁੰਚਦੇ, ਕਿਉਂਕਿ ਮਾਲਕ ਨੇ ਚੋਗਾ ਇੰਨਾ ਜ਼ਿਆਦਾ ਸਵਾਦ ਹੈਗਾ। ਇਹ ਪਦਾਰਥ ਦੁਨੀਆ ਦੇ, ਇਹ ਭੋਗ, ਇਹ ਇੰਨੇ ਚੰਗੇ ਲੱਗਦੇ ਆਪਾਂ ਨੂੰ। ਅਤੇ ਅਸਲੀ ਜਿਹੜਾ ਹੈਗਾ ਸਵਾਦ ਮਾਲਕ ਪਰਮਾਤਮਾ ਦਾ, ਉਹ ਕੀ ਹੋਊਗਾ, ਉਹਦੀ ਆਪਾਂ ਕਲਪਨਾ ਹੀ ਨਹੀਂ ਕਰ ਸਕਦੇ। ਹਾਂਜੀ ਵੀਰ ਜੀ। ਹਾਂਜੀ। ਉਹ ਦੇਖੋ ਬੜਾ ਸਾਫ ਸੁਥਰੀ ਗੱਲ ਕੀਤੀ ਹੈ ਕਿ ਵੀ ਤੈਨੂੰ ਜਿਹੜਾ ਬਾਹਰ ਦੀਆਂ ਚੀਜ਼ਾਂ, ਉਹ ਤੈਨੂੰ ਸ਼ੱਕਰ, ਖੰਡ, ਨਿਵਾਤ ਗੁੜ, ਮਾਖਿਓ ਮਾਝਾ ਦੁੱਧ, ਉਹ ਤੈਨੂੰ ਸਾਰਾ ਕੁਝ ਲੱਗਦਾ ਕਿ ਵੀ ਸਭ ਮਿੱਠਾ ਹੈ, ਹਰ ਇੱਕ ਚੀਜ਼। ਇਸ ਤੋਂ ਉੱਪਰ ਕੁਝ ਨਹੀਂ ਹੈ, ਤੈਨੂੰ ਸਾਰਾ ਮਿੱਠਾ ਲੱਗਦਾ। ਤੂੰ ਸੋਚਦਾ ਇਸ ਤੋਂ ਉੱਪਰ ਕੁਝ ਨਹੀਂ ਹੈ। ਹਾਂ, ਪਰ ਉਹ ਤੂੰ ਕਦੇ ਅੰਦਰ ਜਾ ਕੇ ਤਾਂ ਦੇਖ। ਪੁੱਛਦਾ ਸੀ ਸਾਡੇ ਜਿਹੜੇ ਬ੍ਰਹਮ ਗਿਆਨੀ, 36 ਬ੍ਰਹਮ ਗਿਆਨੀ ਬੈਠੇ ਹੈ ਗੁਰੂ ਗ੍ਰੰਥ ਸਾਹਿਬ ਦੇ ਅੰਦਰ, ਉਹ ਸਾਰੇ ਕਹੀ ਜਾਂਦੇ, ਉਹ ਤੁਸੀਂ ਜਾ ਕੇ ਤਾਂ ਵੜ ਕੇ ਤਾਂ ਦੇਖੋ ਅੰਦਰ। ਤੁਸੀਂ ਇਹਨੂੰ ਛੱਡੋ ਤਾਂ ਸਹੀ, ਮਨ ਨੂੰ ਥੋੜਾ ਸਾਈਡ ਕਰੋ ਤਾਂ ਸਹੀ, ਉਹਦੇ ਅੰਦਰ ਵੜੋ ਤਾਂ ਸਹੀ। ਜਦੋਂ ਅੰਦਰ ਵੜੋਗੇ ਤਾਂ ਉਹਦੀ ਜਿੰਨਾ ਮਿਠਾਸ, ਉਹ ਕਿਉਂਕਿ ਆਨੰਦ ਹੈ, ਆਨੰਦ ਸਰੂਪ ਹੈ ਉਹ। ਜਿਹਨੇ ਦੇਖ ਲਿਆ, ਮਹਿਸੂਸ ਕਰ ਲਿਆ, ਕਿਉਂਕਿ ਉਹ ਅਨੁਭਵ ਦਾ ਵਿਸ਼ਾ। ਬਿਲਕੁਲ ਫਰਕ ਨਹੀਂ ਹੈ। ਉਹ ਦਿਸਦਾ ਬਾਹਰ ਖੰਡ ਜਿਹੜਾ ਮਿੱਠਾ, ਜੋ ਸਾਰਾ ਜਿਹਨੂੰ ਆਪਾਂ ਮੋਹ ਪਿਆਰ ਜੋ ਵੀ ਹੈ, ਸਾਰੇ ਸਾਡੇ ਪਦਾਰਥ, ਪਰ ਇਹ ਵੀ ਉਹ ਦਿਸਦੀ ਨਹੀਂ। ਉਹ ਦੇਖੋ ਉਹਦਾ ਆਨੰਦ ਉਹੀ ਦੱਸ ਸਕਦਾ ਹੈ ਜਿਹਨੇ ਉਹਨੂੰ ਅਨੁਭਵ ਕੀਤਾ। ਕਹਿੰਦੇ ਤਰ੍ਹਾਂ ਕਰਕੇ ਤੂੰ ਇਹਨੂੰ ਅਨੁਭਵ ਕਰ, ਤੈਨੂੰ ਅਨੁਭਵ ਜੀ ਆਣਾ। ਇਹ ਕੋਈ ਏਦਾਂ ਨਹੀਂ ਕੋਈ ਤੈਨੂੰ ਕੋਈ ਕਿ ਵੀ ਇਹ ਏਦਾਂ ਕੋਈ ਤੈਨੂੰ ਸਾਹਮਣੇ ਪਈ ਚੀਜ਼ ਤੂੰ ਮੂੰਹ ਚ ਪਾ ਲੇਗਾ। ਇਹ ਤਾਂ ਤੈਨੂੰ ਸੁਣ ਦੇ ਅੰਦਰ ਬੈਠ ਕੇ ਹੀ ਤੈਨੂੰ ਇਹ ਚੀਜ਼ ਦੀ ਪ੍ਰਾਪਤੀ ਹੋਣੀ ਹੈ। ਤੂੰ ਜਾ ਕੇ ਤਾਂ ਦੇਖ। ਤੇ ਅੱਗੇ ਜਿਹੜੇ ਹੈਗੇ ਫਰੀਦ ਜੀ ਕਹਿੰਦੇ ਮੈਂ ਤੈਨੂੰ ਨਹੀਂ ਕਹਿੰਦਾ ਕਿ ਤੂੰ ਜਿਹੜਾ ਹੈਗਾ ਵੀ ਦੁਨੀਆ ਦੇ ਪਦਾਰਥ ਜਿਹੜੇ ਹੈਗੇ ਇਹਨਾਂ ਦੇ ਉੱਤੇ ਕਾਟੀ ਮਾਰ ਦੇ। ਮੈਂ ਨਹੀਂ ਕਹਿੰਦਾ ਇਹਨਾਂ ਤੇ ਕਾਟੀ ਮਾਰਨ ਨੂੰ। ਫਰੀਦਾ ਰੋਟੀ ਮੇਰੀ ਕਾਠ ਕੀ, ਲਾਵਣ ਮੇਰੀ ਭੁੱਖ, ਜਿਨ੍ਹਾਂ ਖਾਧੀ ਚੌਪੜੀ ਘਣੇ ਸਹਿਣਗੇ ਦੁੱਖ। ਫਰੀਦ ਜੀ ਕਹਿੰਦੇ ਕਿ ਭਾਈ, ਕਹਿੰਦੇ ਰੋਟੀ ਮੇਰੀ ਕਾਠ ਕੀ, ਲਾਵਣ ਮੇਰੀ ਭੁੱਖ। ਕਹਿੰਦੇ ਜਦ ਇਨਸਾਨ ਨੂੰ ਨਾ ਦੇਖੋ, ਕਦੀ ਦੇਖੋ ਇੰਨਾ ਜਿਹੜਾ ਹੈਗਾ, ਜਦ ਇਨਸਾਨ ਮਿਹਨਤ ਕਰਦਾ ਹੈ ਅਤੇ ਉਹਨੂੰ ਜੋ ਮਰਜ਼ੀ ਜਿਹੜਾ ਹੈਗਾ ਘਰ ਦੇ ਵਿੱਚ ਬੇਹੀ ਬਾਸੀ ਜਿਹੀ ਜੀ ਰੋਟੀ ਸੁੱਕੀ ਉਹਨੂੰ ਕਹਿੰਦੇ ਲਿਆਓ ਭਾਈ, ਫਟਾਫਟ ਲਿਆਓ। ਉਹੀ ਰੋਟੀ ਜਿਹੜੀ ਹੈਗੀ ਉਹਨੂੰ ਬਹੁਤ ਵਧੀਆ ਲੱਗਦੀ ਹੈ। ਔਰ ਲਾਵਣ ਕਹਿੰਦੇ ਆ ਭੁੱਖ ਲੱਗੀ ਹੋਏ ਅਤੇ ਬਸ ਉਹੀ ਸਲੂਣਾ ਲੱਗਦਾ ਹੈ, ਭੁੱਖ ਹੀ ਸਲੂਣਾ ਲੱਗਦੀ ਹੈ ਭਾਈ। ਫਿਰ ਤਾਂ ਜਿਹੜਾ ਹੈਗਾ ਰੋਟੀ 'ਤੇ ਮਾੜਾ ਜਿਹਾ ਲੂਣ ਪਾਇਆ, ਮਾੜਾ ਜਿਹਾ ਗੰਢਾ ਲਿਆ, ਔਰ ਹੋ ਗਿਆ ਅਤੇ ਜਿੰਨਾ ਖਾਧੀ ਚੋਪੜੀ ਘਣੇ ਸਹਿਣਗੇ ਦੁੱਖ। ਕਹਿੰਦੇ ਜਿਹੜੇ ਹੁਣ ਪਦਾਰਥਾਂ ਦੇ ਵਿੱਚ ਜਿਹੜੇ ਹੈਗੇ, ਜਿਨ੍ਹਾਂ ਨੇ ਆਹੀ ਜਿਹੜਾ ਹੈਗਾ ਆਪਣੇ ਜੀਵਨ ਨੂੰ ਸਵਾਦਾਂ ਦਾ ਹੀ ਜਿਹੜਾ ਹੈਗਾ, ਸਵਾਦਾਂ ਦੇ ਪਿੱਛੇ ਹੀ ਜਿਹੜਾ ਹੈਗਾ, ਜਿਨ੍ਹਾਂ ਨੇ ਆਪਣੇ ਜੀਵਨ ਨੂੰ ਲੁਟਾ ਦਿੱਤਾ। ਕਹਿੰਦੇ ਫਿਰ ਤਾਂ ਭਾਈ ਉਹ ਧਰਮਰਾਜ ਨੇ ਜਿਹੜਾ ਹੈਗਾ, ਮਾਲਕ ਨੇ ਖੇਡ ਐਸੀ ਬਣਾਈ ਹੋਈ ਆ। ਉਹ ਕਹਿੰਦਾ ਭਾਈ ਜੋ ਕੁਛ ਤੂੰ ਕਰੇਂਗਾ ਭਾਈ, ਜੇ ਤੂੰ ਇਹ ਸਰੀਰ ਦਾ ਉਪਯੋਗ ਕੀਤਾ ਹੈ ਅਤੇ ਧਰਮ ਦੇ ਰਸਤੇ 'ਤੇ, ਧਰਮ ਦੇ ਵਾਸਤੇ, ਔਰ ਧਿਆਨ ਸਿਮਰਨ ਕੀਤਾ ਹੈ, ਭਗਤੀ ਕੀਤੀ ਹੈ, ਪ੍ਰੇਮ ਭਗਤੀ ਕੀਤੀ ਹੈ, ਤਾਂ ਤੈਨੂੰ ਜਿਹੜਾ ਹੈਗਾ, ਜੇ ਤੇਰੀ ਯਾਤਰਾ ਅਧੂਰੀ ਹੈ ਤਾਂ ਤੈਨੂੰ ਸਰੀਰ ਦੁਬਾਰਾ ਦੇ ਦਿੰਦਾ ਹੈ।
ਜੇ ਤੂੰ ਇਹਦਾ ਕੁਛ ਕੀਤਾ ਹੀ ਨਹੀਂ ਹੈ, ਤੂੰ ਕਾਮ ਦੇ ਵਿੱਚ, ਕ੍ਰੋਧ ਦੇ ਵਿੱਚ, ਲੋਭ ਦੇ ਵਿੱਚ, ਮੋਹ ਦੇ ਵਿੱਚ, ਆਕਾਰ ਦੇ ਵਿੱਚ, ਪਦਾਰਥਾਂ ਦੇ ਵਿੱਚ ਜਿਹੜਾ ਹੈਗਾ ਤੂੰ ਆਪਣਾ ਇਹ ਮਨੁੱਖੀ ਜੂਨ ਗਵਾ ਦਿੱਤੀ ਆ, ਅਤੇ ਫਿਰ ਇਹ ਕੰਮ ਤਾਂ ਦੂਜੀਆਂ ਜੂਨਾਂ 'ਚ ਵੀ ਹੋ ਸਕਦਾ ਹੈ ਪਿਆਰਿਆ। ਫਿਰ ਤੈਨੂੰ ਉਹ ਜੂਨ 'ਚ ਅਸੀਂ ਦੇਵਾਂਗੇ, ਤਾਂ ਕਿ ਤੂੰ ਜਿਹੜਾ ਹੈਗਾ ਤੇਰੀ ਤਸੱਲੀ ਹੋ ਜਾਏ ਉਸ ਕੰਮ ਦੀ। ਜਿਹੜਾ ਹੀ ਕੰਮ, ਜਿਹੜੀ ਇੱਛਾ ਤੇਰੀ ਸਭ ਤੋਂ ਜ਼ਿਆਦਾ ਹੈ, ਉਹ ਜੂਨ ਤੈਨੂੰ ਦੇਵਾਂਗੇ, ਤਾਂ ਕਿ ਉਹਦੇ ਵਿੱਚ ਤੇਰੀ ਉਹ ਇੱਛਾ ਪੂਰੀ ਹੋ ਸਕੇ। ਅਤੇ ਆਹ ਫਰੀਦ ਜੀ ਕਹਿੰਦੇ ਆ ਭਾਈ, ਫਿਰ ਉਹ ਜਾਨਵਰ ਦੀ ਜੂਨ ਦੇ ਵਿੱਚ, ਪਰਿੰਦਿਆਂ ਦੀ ਜੂਨ ਦੇ ਵਿੱਚ ਜਿਹੜੇ ਹੈਗੇ ਤੂੰ ਜਿਹੜਾ ਹੈਗਾ ਫਿਰ ਬਹੁਤ ਦੁੱਖ ਉਠਾਏਗਾ ਪਿਆਰਿਆ, ਬਹੁਤ ਟਾਈਮ ਲੱਗੇਗਾ ਦੁਬਾਰਾ ਮਨੁੱਖੀ ਜੂਨ ਦੇ ਵਾਸਤੇ। ਹਾਂਜੀ ਵੀਰ ਜੀ, ਬਿਲਕੁਲ ਜੀ, ਬਿਲਕੁਲ ਠੀਕ ਹੈ ਜੀ। ਉਹ ਬੜਾ ਸਿੱਧਾ ਠੇਠ ਤਰੀਕੇ ਨਾਲ ਸਮਝਾ ਰਹੇ ਨੇ ਕਿ ਵੀ ਉਹ ਸਾਦਾ ਜੀਵਨ ਬਤੀਤ ਕਰ। ਨੀਡ, ਜਿਵੇਂ ਤੁਸੀਂ ਕਹਿੰਦੇ ਕੋਈ ਨੀਡ ਬੇਸ ਤਾਂ ਚੱਲ ਜੂਗਾ, ਜਿੰਨਾ ਜ਼ਰੂਰਤ ਹੈ ਤੇਰੇ ਸਰੀਰ ਨੂੰ, ਲੱਗੀ ਹੈ, ਲੋੜ ਹੈ, ਚਾਹੀਦਾ ਹੈ ਸਰੀਰ ਨੂੰ, ਕੱਪੜਾ, ਰੋਟੀ, ਮਕਾਨ ਬਣਾ, ਕੋਈ ਨਹੀਂ, ਪਰ ਇਹ ਨਹੀਂ ਹੈ ਕਿ ਤੂੰ ਮਤਲਬ ਚਸਕਿਆਂ 'ਚ ਪੈ ਜੇ। ਇਸੇ ਨੂੰ ਜਿਹੜਾ ਹੈਗਾ ਜੀਵਨ ਸਮਝ ਲੈ, ਇਸੇ ਨੂੰ ਸਮਝ ਲੈ ਵੀ ਆਹੀ ਕੁਛ ਸੰਸਾਰ ਦੇ ਭੋਗ ਵਿਲਾਸ ਹੀ ਜੀਵਨ ਹੈਗਾ। ਬਿਲਕੁਲ, ਉਹ ਕਹਿੰਦੇ ਵੀ ਉਹ ਦੂਜਾ ਵੀ ਨਾਲ ਧਿਆਨ ਕਰਦਾ ਰਹਿ, ਨਾਲ ਨਾਲ ਤੇਰੀ ਪਰਮਾਤਮਾ ਦੇ ਨਾਲ ਜੁੜਨ ਦੀ ਇੱਕ ਤੇਰਾ ਹੀਲਾ ਕੋਈ ਕਰਦਾ ਰਹਿ ਨਾਲ ਨਾਲ। ਤੂੰ ਠੀਕ ਹੈ, ਤੂੰ ਖਾਂਦਾ ਰਹਿ ਜੋ ਮਰਜੀ, ਮਤਲਬ ਜੋ ਮਰਜੀ ਨਹੀਂ, ਮੀਨਸ ਨੀਡ ਬੇਸਡ, ਜਿੰਨਾ ਤੈਨੂੰ ਜ਼ਰੂਰਤ ਹੈ, ਜਿੰਨਾ ਤੈਨੂੰ ਜ਼ਰੂਰਤ ਹੈ, ਪਰ ਗਰੀਡ ਦਾ ਤਾਂ ਕੋਈ ਇਲਾਜ ਨਹੀਂ ਹੈ। ਹੱਕ ਦੀ ਕਮਾਈ ਕਰ, ਹੱਕ ਦੀ, ਆਪਣੇ ਹੱਕ ਦੀ, ਹਾਂ ਬਿਲਕੁਲ ਹੱਕ ਦੀ ਕਮਾਈ ਕਰ। ਤੁਸੀਂ ਅੱਜ ਦੁਪਹਿਰੇ ਅੱਜ ਗੱਲ ਚੱਲ ਰਹੀ ਸੀ ਨਾ, ਉਹ ਬੜੀ ਦਿਮਾਗ ਨੂੰ ਚੱਲ ਰਹੀ ਸੀ ਕਿ ਵੀ ਉਹ ਕਹਿੰਦੇ ਫਿਰ ਮਜ਼ਦੂਰੀ ਤੂੰ ਦੱਸ ਦੇ ਫਿਰ ਕੀ ਲੈ ਕੇ ਜਾਏਗਾ, ਜਿਹੜਾ ਇਕੱਠਾ ਕਰਕੇ ਛੱਡ ਕੇ ਜਾਣਾ ਹੈ ਤੇ ਉਹਦੀ ਮਜ਼ਦੂਰੀ ਤਾਂ ਮਿਲੀ ਨਾ, ਬਿਲਕੁਲ ਨਹੀਂ ਮਿਲੀ, ਬਿਲਕੁਲ ਨਹੀਂ ਮਿਲੀ। ਤੇ ਫਿਰ ਉਹ ਮਜ਼ਦੂਰੀ ਦਾ ਇੰਤਜ਼ਾਮ ਕਰ ਲੈ ਤੂੰ ਆਪਣੀ, ਵੀ ਤੈਨੂੰ ਮਜ਼ਦੂਰੀ ਜਿਹੜਾ ਨਾਮ ਧਨ ਇਕੱਠਾ ਕਰ ਲੈ, ਤਾਂ ਕਿ ਜਿਹੜਾ ਤੂੰ ਅੱਗੇ ਜਾ ਕੇ ਉਹ ਟਿਕਟ ਤੇਰੀ ਜਿਹੜੀ ਹੈ ਨਾ ਉਹ ਕੰਮ ਆ ਜੇ, ਤੇ ਛੱਡ ਜਾਏਗਾ ਇੱਥੇ। ਇਹਦਾ ਕੀ ਫਾਇਦਾ? ਕਈ ਛੱਡ ਕੇ ਚਲੇ ਗਏ, ਆਪਾਂ ਤਖਤੀਆਂ ਰੋਗਨ ਕਰਕੇ ਲਾਈ ਜਾਂਦੇ ਆ, ਬਾਅਦ ਚ ਹੋਰ ਲੱਗ ਜਾਂਦੇ। ਬਿਲਕੁਲ ਬਿਲਕੁਲ, ਹਾਂਜੀ 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 ਹਾਂਜੀ। ਕਿਉਂਕਿ ਜਿਹੜਾ ਨਾ ਦੇਖੋ, ਆਪਾਂ ਜਿੰਨਾ ਕੁ ਆਪਾਂ ਕਮਾਈ ਕਰਦੇ ਹਾਂ, ਦੇਖੋ 100% ਕਮਾਈ ਕੀਤੀ, ਉਹਦੇ ਵਿੱਚੋਂ 95% ਜਿਹੜਾ ਹੈਗਾ ਛੱਡ ਕੇ ਜਾਂਦੇ ਹਾਂ, ਆਪਾਂ ਇਕੱਠਾ ਕਰੀ ਜਾਂਦੇ, ਛੱਡ ਕੇ ਚਲੇ ਜਾਂਦੇ ਹਾਂ। ਬਸ ਉਹਦੀ ਕਾਹਦੀ ਮਜ਼ਦੂਰੀ ਹੈ ਫਿਰ? ਕੀਤਾ ਕੀ ਆ? ਆਪਾਂ ਨੇ ਮਿਹਨਤ ਕੀਤੀ ਆ, ਸੋ ਆਪਣਾ ਜੀਵਨ, ਆਪਣਾ ਮਨੁੱਖੀ ਸਰੀਰ ਲਗਾ ਦਿੱਤਾ ਅਤੇ ਮਿਲਿਆ ਆਪਾਂ ਨੂੰ ਮਜ਼ਦੂਰੀ ਤਾਂ ਕੁਛ ਵੀ ਨਹੀਂ ਮਿਲੀ। ਅਤੇ ਇਸ ਕਰਕੇ ਭਾਈ ਮਜ਼ਦੂਰੀ ਲਓ ਨਾ, ਜਿਹੜੀ ਚੀਜ਼ ਜਿਹੜਾ ਆਪਾਂ ਕਮਾ ਰਹੇ ਹਾਂ, ਅਤੇ ਉਹਦਾ ਆਪਾਂ ਲੈ ਕੇ ਵੀ ਜਾਈਏ ਨਾ ਨਾਲ, ਕਿ ਖਾਲੀ ਆਪਾਂ ਨੇ ਜਿਹੜਾ ਹੈਗਾ ਇਹ ਮਾਇਆ ਨੂੰ ਇੱਧਰੋਂ ਉੱਧਰੋਂ ਇਕੱਠਾ ਕਰਕੇ ਫਿਰ ਮਾਇਆ ਦੂਜੇ ਦੀ ਹੋ ਗਈ। ਆਪਾਂ ਤਾਂ ਖਾਲੀ ਜਿਹੜੇ ਹੈਗੇ ਉਦੋਂ ਥੋੜ੍ਹਾ ਚੁੱਕ ਕੇ ਲੈ ਕੇ ਆਏ ਆ, ਇੱਕ ਜਗ੍ਹਾ ਤੋਂ ਦੂਜੇ ਨੂੰ ਦਿੱਤੀ ਆਪਾਂ ਨੇ, ਅਤੇ ਭਾੜਾ ਮਿਲਿਆ ਹੀ ਨਹੀਂ ਆਪਾਂ ਨੂੰ ਕੱਖ ਵੀ। ਅਤੇ ਚੰਗੀ ਗੱਲ ਹੈ ਜੀ, ਜਿਹੜਾ ਇਹ ਮਾਲਕ ਨੇ ਭੁਆਂਟਣੀ ਦਿੱਤੀ ਹੈ, ਨਹੀਂ ਤਾਂ ਇਹ ਪਿਛਲੇ ਜਨਮਾਂ ਦੇ ਵੀ ਜਾ ਕੇ ਜੰਗਾਂ ਜੁੱਧਾਂ ਕਰਨ ਲੱਗ ਜਾਣੇ ਸੀ ਨੇ, ਵੀ ਆਹ ਮੇਰਾ ਸੀ, ਮੈਂ ਬਣਾ ਕੇ ਗਿਆ ਸੀ, ਛੱਡ ਇੱਥੇ ਖਾਲੀ ਕਰ। ਬਿਲਕੁਲ। ਅਤੇ ਅਗਲਾ ਸ਼ਲੋਕ ਆਇਆ, ਫਿਰ ਇਹੀ ਗੱਲ ਕਰ ਰਹੇ ਆ, ਫਿਰ ਇਸੇ ਦੇ ਉੱਤੇ ਤਕੀਦ ਕਰ ਰਹੇ ਬਾਰ ਬਾਰ। ਦੂਜਾ ਸ਼ਲੋਕ ਵੀ ਫਰੀਦ ਜੀ ਨੇ ਲਗਾਇਆ, ਰੁੱਖੀ ਸੁੱਖੀ ਖਾਏ ਕੇ ਠੰਡਾ ਪਾਣੀ ਪੀਓ। ਕਹਿੰਦੇ ਹੱਕ ਦੀ ਕਮਾਈ ਕਰ ਮਿੱਤਰਾ, ਹੱਕ ਦੀ ਕਮਾਈ ਕਰ, ਹੱਕ ਦੀ ਜੋ ਵੀ ਤੇਰਾ ਹੈਗਾ, ਜੋ ਵੀ ਤੇਰੀ ਹੱਕ ਦੀ ਕਮਾਈ ਆ, ਉਹਨੂੰ ਆਪਣਾ ਜਿਹੜਾ ਹੈਗਾ ਯੂਜ਼ ਕਰ, ਅਤੇ ਸਬਰ ਰੱਖ। ਠੰਡਾ ਪਾਣੀ ਪੀਓ ਮਤਲਬ ਸਬਰ ਰੱਖ, ਸਬਰ ਦੇ ਵਿੱਚ ਰਹਿ, ਸੰਤੋਖ ਦੇ ਵਿੱਚ ਰਹਿ। ਜੋ ਕੁਛ ਵੀ ਦਿੱਤਾ ਹੈ ਮਾਲਕ ਨੇ, ਉਹਦੇ ਨਾਲ ਜਿਹੜਾ ਹੈਗਾ ਉਹ ਜਿਹੜੀ ਮਜ਼ਦੂਰੀ ਹੈਗੀ, ਉਹ ਮਾਲਕ ਪਰਮਾਤਮਾ ਦੀ ਯਾਦ, ਉਹ ਧਿਆਨ ਸਿਮਰਨ ਜਿਹੜਾ ਹੈਗਾ, ਜਿਹੜੇ ਕੰਮ ਤੂੰ ਦੁਨੀਆ ਦੇ ਵਿੱਚ ਆਇਆ ਆ, ਆਪਣੇ ਆਪ ਨੂੰ ਬੁੱਝਣਾ ਹੈਗਾ, ਮਾਲਕ ਦੀ ਨੇੜਤਾ ਪ੍ਰਾਪਤ ਕਰਨੀ ਹੈ, ਮਨੁੱਖੀ ਜੀਵਨ ਸਫਲ ਕਰਨੀ ਆ, ਉਹ ਕੰਮ ਨੂੰ ਨਾ ਛੱਡ ਪਿਆਰਿਆ, ਉਹਨੂੰ ਕਰੀ ਜਾ। ਰੁੱਖੀ ਸੁੱਖੀ ਖਾਏ ਕੇ ਠੰਡਾ ਪਾਣੀ ਪੀਓ, ਫਰੀਦਾ ਦੇਖ ਪਰਾਈ ਚੋਪੜੀ, ਨਾ ਤਰਸਾਏ ਜੀਓ। ਔਰ ਦੂਜਿਆਂ ਦੀ ਜਿਹੜੀ ਹੈਗੀ ਆ, ਦੂਜਿਆਂ ਦੀ ਧਨ ਦੌਲਤ, ਦੂਜਿਆਂ ਦੇ ਜਿਹੜੇ ਹੈਗੇ ਵੱਲ ਨੂੰ ਦੇਖ ਕੇ ਔਰ ਆਪਣੇ ਆਪ ਨੂੰ ਜਿਹੜਾ ਹੈਗਾ ਲਲਚਾਉਣਾ, ਤਰਸਾਉਣਾ, ਇਹ ਮੈਂ ਨਾ ਕਰ ਪਾਏ। ਜੋ ਕੁਛ ਤੇਰਾ ਹੱਕ ਦਾ ਹੈਗਾ ਉਹਨੂੰ ਖਾ ਕੇ ਔਰ ਆਪਣੇ ਕੰਮ ਦੇ ਵਿੱਚ ਜੁਟ। ਹਾਂਜੀ ਹਾਂਜੀ ਸੁਖਵਿੰਦਰ ਜੀ। ਜੀ ਜੀ ਜੀ, ਉਹ ਬਿਲਕੁਲ ਠੀਕ ਹੈ ਕਿ ਵੀ ਉਹ ਜਿੰਨਾ ਕੁ ਤੈਨੂੰ ਲੋੜ ਹੈ ਰੁੱਖਾ ਸੁੱਖਾ ਚ ਨਾ, ਕਿਉਂਕਿ ਜਿੰਨੀਆਂ ਚੋਪੜੀਆਂ ਖਾਵਾਂਗੇ ਉਹ ਫਿਰ ਉਹੀ ਗੱਲ ਹੈ ਨਾ, ਫਿਰ ਹੁਣ ਅੱਜ ਦੇ ਹਿਸਾਬ ਦੇ ਨਾਲ ਕਦੇ ਸ਼ੂਗਰ ਦੀਆਂ ਖਾਈ ਜਾਓ ਗੋਲੀਆਂ, ਨਾਲ ਡਾਇਬਟੀਜ਼ ਦੀਆਂ, ਜਾਂ ਤੁਸੀਂ ਬਲੱਡ ਪ੍ਰੈਸ਼ਰ ਦੀਆਂ ਖਾਈ ਜਾਓ, ਵਧਾਈ ਜਾਓ, ਆਪਣਾ ਸਰੀਰ ਜਿਹੜਾ ਖਰਾਬ ਕਰੀ ਜਾਓ ਇਹਨੂੰ। ਉਹ ਤੂੰ ਓਨਾ
ਹਾਂ ਰੁੱਖੀ ਸੁੱਕੀ ਖਾ ਕੇ ਠੰਡਾ ਪਾਣੀ ਪੀਓ, ਇਹ ਤਾਂ ਚਲੋ ਹੋ ਗਿਆ ਸਰੀਰ ਦੀ ਗੱਲ। ਤੇ ਕਿ ਵੀ ਤੇਰੇ ਮਨ ਦੇ ਅੰਦਰ ਤ੍ਰਿਸ਼ਨਾ ਵੀ ਨਹੀਂ, ਦੂਜਾ ਜੇ ਕੋਈ ਤੇਰੇ ਤੋਂ ਅੱਗੇ ਹੈਗਾ ਮੰਨ ਲਓ ਪਦਾਰਥਾਂ ਦੇ ਵੱਲ ਨੂੰ, ਤਾਂ ਉਹਦਾ ਵੱਲ ਦੇਖ ਕੇ ਤੂੰ ਆਪਣਾ ਨਾ ਖਰਾਬ ਕਰ ਲਈ, ਆਪਣੇ ਅੰਦਰ ਤਰੰਗਾਂ ਪੈਦਾ ਕਰ ਲੈ ਤ੍ਰਿਸ਼ਨਾ ਦੀਆਂ, ਤੇ ਉਹ ਤੂੰ ਆਪਣੇ ਆਪ ਤੇ ਰੱਖ ਆਪਣਾ ਕਾਬੂ ਤੇ ਵੀ ਤੈਨੂੰ ਰੁੱਖੀ ਸੁੱਕੀ ਖਾ ਕੇ ਇਹਦੇ 'ਚ ਹੀ ਆਨੰਦ ਹੈ। ਬਸ ਜੋ ਤੈਨੂੰ ਮਾਲਕ ਨੇ ਦਿੱਤਾ ਉਹ ਟਾਈਮ ਦਾ ਹੈ, ਇੱਕ ਲਿਮਿਟਡ ਟਾਈਮ ਲਈ ਤੈਨੂੰ ਸਵਾਸ ਦਿੱਤੇ ਨੇ, ਉਹਨਾਂ ਨੂੰ ਤੂੰ ਆਪਣਾ ਲੇਖੇ ਚਲਾ, ਨਾ ਕਿ ਤੂੰ ਦੂਜਿਆਂ ਵੱਲ ਨੂੰ ਦੇਖੀ ਜਾ ਜੀ ਉਹ ਕੀ ਕਰ ਰਿਹਾ ਫਲਾਣੇ ਦਾ, ਉਹ ਲੈ ਲਈ ਜੀ ਵੱਡੀ ਉਹਨੇ ਗੱਡੀ ਲੈ ਲਈ ਜੀ, ਵੱਡੇ ਉਹਨੇ ਜੀ ਮਕਾਨ ਬਣਾ ਲਏ ਜੀ, ਦੇਖੋ ਜੀ ਉਹ ਕਿੰਨਾ ਅੱਗੇ ਲੰਘ ਗਿਆ, ਪਰ ਉਹਨੂੰ ਪੁੱਛ ਕੇ ਦੇਖ ਨਾ ਉਹ ਕਿੱਥੇ ਖੜਾ ਵਿਚਾਰਾ। ਬਿਲਕੁਲ ਉਹਦੇ ਉਹ ਉਸ ਤੋਂ ਅੱਗੇ ਫਿਰ ਤੁਰਿਆ ਫਿਰਦਾ ਵੀ ਮੈਂ ਹੋਰ ਵੱਡਾ ਹੋ ਜਾ। ਬਸ ਇਸ ਕਰਕੇ ਉਹ ਕਹਿੰਦੇ ਵੀ ਜੋ ਤੈਨੂੰ ਰੁੱਖਾ ਸੁੱਖਾ ਮਿਲ ਰਿਹਾ ਨਾ, ਜੋ ਤੈਨੂੰ ਮਤਲਬ ਮਿਹਨਤ ਦਾ ਨਾਲ ਜੋ ਆਪਣੀ ਕਮਾਈ ਦਾ ਜੋ ਮਿਲ ਰਿਹਾ ਉਹਨੂੰ ਖਾ ਪੀ ਕੇ ਆਨੰਦ ਲੈ, ਤੂੰ ਬਸ ਤੂੰ ਉਹਨੂੰ ਆਪਣੇ ਤੇ ਯੂਜ਼ ਕਰ ਲੈ ਜੀ ਬਸ ਐਟਲੀਸਟ। ਔਰ ਤ੍ਰਿਸ਼ਨਾ ਦਾ ਤਾਂ ਦੇਖੋ ਅੰਤ ਹੀ ਕੋਈ ਨਹੀਂ ਹੈਗਾ। ਦੇਖੋ ਆ ਦੇਖੋ ਆ ਜਿਹੜੀ ਹੈਗੀ ਆ ਦੇਖ ਲਓ ਆਪਣੇ ਜਿਹੜੀ ਹੈਗੀ ਰਸ਼ੀਆ ਔਰ ਯੂਕਰੇਨ ਦੀ ਲੜਾਈ ਦੇਖੋ, ਇਹਦੇ ਵਿੱਚ ਜਿਹੜਾ ਹੈਗਾ ਪਾਵਰ ਹੈਗੀ ਆ, ਤੇ ਕਿੰਨੇ ਜਿਹੜੇ ਆ ਬੱਚੇ ਬੁੱਢੇ ਜਿਹੜੇ ਹੈਗੇ ਉਹ ਜਿਹੜੇ ਹੈਗੇ ਕਿੰਨੇ ਜਿਹੜੇ ਹੈਗੇ ਉਹਦੇ ਤੇ ਕਿੰਨਾ ਜਿਹੜਾ ਹੈਗਾ ਉਹਨਾਂ ਨੂੰ ਫਾਲਤੂ ਜਿਹੜਾ ਹੈਗਾ ਮਤਲਬ ਜਿਹੜੀ ਹੈਗੀ ਜਾਨਾਂ ਗਵਾ ਰਹੇ ਆ, ਕਿਸੇ ਦੀ ਲੱਤ ਬਾਂਹ, ਕਿਸੇ ਦੀ ਅੱਖ, ਕਿਸੇ ਦਾ ਕੁਛ ਜਿਹੜਾ ਹੈਗਾ ਪੂਰੀ ਸਿਵਲਾਈਜੇਸ਼ਨ ਨੂੰ ਇਹਨਾਂ ਨੇ ਵਕਤ ਪਾ ਰੱਖਿਆ। ਹਾਂ ਉਹ ਜਿਹੜੇ ਡਾਕਟਰ ਜਿਹੜੇ ਸੀਗੇ ਅਮਰੀਕਾ ਦੇ ਡਾਕਟਰ ਸਵਾਭੀਮਾਨ ਜਿਹੜੇ ਕੀ ਉਹਨਾਂ ਦਾ ਨਾਂ ਹੈਗਾ, ਬਹੁਤ ਹੀ ਜਿਹੜੇ ਹੈਗੇ ਕੈਸੀ ਰੂਹ ਹੈ ਦੇਖੋ, ਕਹਿੰਦੇ ਮੈਂ ਉੱਥੇ ਚੱਲਿਆ ਜੀ, ਹੁਣ ਮੇਰੀ ਉੱਥੇ ਲੋੜ ਹੈਗੀ ਆ, ਉਹ ਉੱਥੇ ਜਾ ਰਹੇ ਆ। ਦੇਖੋ ਕਮਾਲ, ਹਾਂ ਸਲੂਟ ਹੈ ਜੀ ਐਸੇ ਇਨਸਾਨ ਨੂੰ। ਰੁੱਖੀ ਸੁੱਖੀ ਖਾਏ ਕੇ ਠੰਡਾ ਪਾਣੀ ਪੀਓ, ਫਰੀਦਾ ਦੇਖ ਪਰਾਈ ਚੋਪੜੀ ਨਾ ਤਰਸਾਏ ਜੀਓ। ਕਹਿੰਦੇ ਦੇਖ ਦੂਜਿਆਂ ਦੀ ਜਿਹੜੀ ਹੈਗੀ ਦੂਜਿਆਂ ਦੀ ਧਨ ਦੌਲਤ ਜਿਹੜਾ ਹੈਗਾ ਇਹਦਾ ਲਾਲਚ ਦਾ ਕੋਈ ਅੰਤ ਨਹੀਂ ਹੈ। ਹੁਣ ਆ ਜਿਹੜਾ ਹੈਗਾ ਇਹ ਜਿਹੜਾ ਪੁਤਿਨ ਹੈਗਾ ਇਹਦੀ ਕਿੰਨੀ ਕੁ ਉਮਰ ਬਾਕੀ ਹੋਣੀ ਆ, ਇਹਨੇ ਕਾਹਦੇ ਵਾਸਤੇ ਜਿਹੜਾ ਹੈਗਾ ਮੈਨੂੰ ਨਹੀਂ ਸਮਝ ਆਉਂਦਾ ਕਾਹਦੇ ਵਾਸਤੇ ਜਿਹੜਾ ਹੈਗਾ ਇਹ ਕਰ ਰਿਹਾ। ਇਹ ਤਾਂ ਫਿਰ ਵੀਰ ਜੀ ਮਸ਼ੀਨ ਸਮਝਦੇ ਆ ਨਾ ਇਨਸਾਨ ਨੂੰ, ਉਹ ਤਾਂ ਕਹਿੰਦੇ ਵੀ ਇਹਨੂੰ ਹਾਂ ਵੀ ਇਹ ਮਸ਼ੀਨ ਹੈ ਜੀ, ਜਦੋਂ ਖਤਮ ਕਰ ਦੋ ਤਾਂ ਵੀ ਰੱਬ ਨੂੰ ਸਮਝ ਆ ਰਹੀ ਨਹੀਂ ਉਹਨਾਂ ਨੂੰ, ਮਰਨਾ ਚੇਤੇ ਹਾਂ ਮਰਨਾ ਚੇਤੇ ਨਹੀਂ ਹੈਗਾ, ਮਰਨਾ ਚੇਤੇ ਨਹੀਂ ਹੈਗਾ ਬਸ। ਅੱਗੇ ਫਰੀਦ ਜੀ ਕਹਿੰਦੇ ਜਿਹੜੇ ਭਗਤੀ ਕਰਦੇ ਆ ਪਿਆਰਿਓ, ਜਿਨ੍ਹਾਂ ਨੂੰ ਮਾਲਕ ਪਰਮਾਤਮਾ ਦੀ ਭਗਤੀ ਦਾ ਸਵਾਦ ਆ ਜਾਂਦਾ ਆ, ਆਨੰਦ ਆਉਂਦਾ ਹੈ, ਜਿਨ੍ਹਾਂ ਨੂੰ ਸੁਣਨ ਦੇ ਵਿੱਚ ਬੈਠਣਾ ਆ ਗਿਆ, ਜਿਨ੍ਹਾਂ ਨੂੰ ਜਿਹੜੇ ਹੈਗੇ ਅੰਮ੍ਰਿਤ ਰਸ, ਜਿਨ੍ਹਾਂ ਦੇ ਅੰਦਰ ਜੀਵਨ ਦੇ ਵਿੱਚ ਖੁਸ਼ੀ ਸ਼ਾਂਤੀ ਆ ਜਾਂਦੀ ਆ, ਉਹ ਕਹਿੰਦੇ ਅੱਜ ਨਾ ਸੁੱਤੀ ਕੰਤ ਸਿਉ ਅੰਗ ਮੁੜੇ ਮੁੜ ਜਾਏ। ਕਹਿੰਦੇ ਅੱਜ ਮੈਂ ਭਗਤੀ ਨਹੀਂ ਕੀਤੀ ਤੇ ਮੇਰਾ ਐਸਾ ਹਾਲ ਆ, ਮੈਨੂੰ ਜਿਹੜਾ ਹੈਗਾ ਮੈਨੂੰ ਬਹੁਤ ਹੀ ਜਿਹੜਾ ਹੈਗਾ ਮੈਨੂੰ ਮੇਰੇ ਅੰਦਰ ਜਿਹੜੀ ਹੈਗੀ ਇਸ ਤਰ੍ਹਾਂ ਲੱਗ ਰਿਹਾ ਜਿਸ ਤਰ੍ਹਾਂ ਕੋਈ ਚੀਜ਼ ਮੇਰੀ ਗੁੰਮ ਗਈ ਹੋਏ, ਕੋਈ ਚੀਜ਼ ਖੋ ਗਈ ਹੋਏ, ਕੋਈ ਮੇਰੇ ਅੰਦਰ ਜਿਹੜਾ ਹੈਗਾ ਕਮੀ ਮਹਿਸੂਸ ਹੋ ਰਹੀ ਹੈ ਮੈਨੂੰ। ਅੱਜ ਨਾ ਸੁੱਤੀ ਕੰਤ ਸਿਓ, ਮੈਂ ਮਾਲਕ ਪਰਮਾਤਮਾ ਦਾ ਸਾਥ ਜਿਹੜਾ ਹੈਗਾ ਜੀਵ ਇਸਤਰੀ ਕਰ ਰਹੀ ਹੈ, ਮੈਂ ਆਪਣੇ ਪਤੀ ਪਰਮਾਤਮਾ ਦਾ ਸਾਥ ਨਹੀਂ, ਉਹਦੀ ਯਾਦ ਨਹੀਂ ਕੀਤੀ, ਉਹਨੂੰ ਧਿਆਨ 'ਚ ਨਹੀਂ ਲਿਆਂਦਾ। ਅੰਗ ਮੁੜੇ ਮੁੜ ਜਾਏ ਪੁੱਛੋ ਦੁਹਾਗਣੀ ਤੁਮ ਕਿਉਂ ਰਹਿਣ ਵਿਹਾਏ। ਕਹਿੰਦੇ ਜਿਹੜੇ ਇਨਸਾਨ ਜਿਹੜੇ ਹੈਗੇ ਕਦੀ ਜੀਵਨ ਦੇ ਵਿੱਚ ਉਹਨਾਂ ਨੇ ਜਿਹੜਾ ਹੈਗਾ ਕਦੀ ਇਸ ਪਾਸੇ ਸੋਚਿਆ ਹੀ ਨਹੀਂ, ਭਗਤੀ ਕੀਤੀ ਨਹੀਂ, ਮਾਲਕ ਨੂੰ ਯਾਦ ਹੀ ਨਹੀਂ ਕੀਤਾ। ਕਹਿੰਦੇ ਉਹਨਾਂ ਦੀ ਰਾਤ ਕਿਵੇਂ ਬੀਤਦੀ ਹੋਣੀ ਆ, ਉਹਨਾਂ ਦੀ ਕੀ ਹਾਲਤ ਹੁੰਦੀ ਹੋਣੀ ਆ। ਮੇਰੀ ਤਾਂ ਇੱਕ ਦਿਨ ਨਹੀਂ ਭਗਤੀ ਕੀਤੀ ਤਾਂ ਐਸਾ ਹੋ ਰਿਹਾ ਹੈ। ਹਾਂਜੀ ਸੁਖਵਿੰਦਰ ਜੀ। ਬਿਲਕੁਲ ਠੀਕ ਹੈ ਜੀ। ਉਹ ਕਹਿੰਦੇ ਵੀ ਜਿੱਦਾਂ ਉਹ ਮਤਲਬ ਜਦੋਂ ਪਰਮਾਤਮਾ ਜਿਹੜੇ ਭਗਤਾਂ ਦੀ ਗੱਲ ਕਰ ਰਹੇ ਨੇ ਕਿ ਵੀ ਜਦੋਂ ਕਿਉਂਕਿ ਉਹ ਆਪ ਲੈਵਲ ਤੇ ਨੇ ਉਸ ਤੇ, ਉਹ ਆਪ ਉਸ ਬ੍ਰਹਮ ਗਿਆਨ ਨੂੰ ਉਪਲਬਧ ਨੇ। ਉਹ ਕਹਿੰਦੇ ਵੀ ਮੈਨੂੰ ਏਦਾਂ ਲੱਗਦਾ ਕਿ ਵੀ ਜਿੱਦਾਂ ਮੇਰੇ ਅੰਗ ਮੁੜ ਜਾ ਰਹੇ ਨੇ ਕਿ ਮੈਨੂੰ ਇੱਕ ਸੈਕਿੰਡ ਲਈ ਵੀ ਅੱਜ ਮਤਲਬ ਹੁਣੇ ਹੀ ਅੱਜ ਹੁਣ ਮੈਨੂੰ ਹੁਣੇ ਹੀ ਵਿਸਰ ਗਿਆ ਤੇ ਮੈਨੂੰ ਏਦਾਂ ਲੱਗਦਾ ਬਸ ਮੇਰਾ ਕੁਛ ਫੁੱਸ ਗਿਆ, ਮੇਰੇ ਸਰੀਰ ਅੰਗ ਮੁੜ ਰਹੇ ਨੇ ਹੁਣ, ਮੇਰਾ ਮਤਲਬ ਜਿਵੇਂ ਸਰੀਰ ਟੁੱਟ ਰਿਹਾ ਮੇਰਾ ਵੀ, ਮੈਨੂੰ ਕਿਉਂ ਮੈਂ ਆਪਣੇ ਪਤੀ ਪਰਮੇਸ਼ਵਰ ਜਿਹੜਾ ਪਰਮਾਤਮਾ ਤੋਂ ਅਲੱਗ ਹੋ ਗਿਆ ਹਨਾ। ਵਿਛੋੜਾ ਸਹਿਆ ਨਹੀਂ ਜਾ ਰਿਹਾ, ਵਿਛੋੜਾ ਬਸ ਉਹ ਸਹਿਆ ਨਹੀਂ ਜਾਂਦਾ ਵੀ ਉਹ ਕਿਉਂ ਪਾਸੇ ਹੋ ਗਿਆ। ਇੱਕ ਸੈਕਿੰਡ ਲਈ ਵੀ ਫਿਰ ਉਹ ਮਤਲਬ ਨਹੀਂ ਪਾਸੇ ਹੋਣ ਨੂੰ ਦਿਲ ਕਰਦਾ। ਉਹ ਕਹਿੰਦੇ ਜਾ ਕੇ ਉਹ ਇੱਕ ਸੰਸਾਰਿਕ ਇੱਕ ਉਦਾਹਰਣ ਵੀ ਦੇ ਰਹੇ ਨੇ ਕਿ ਵੀ ਉਹ ਜਿਹੜਾ ਪਤੀ ਜਾਂ ਪਤਨੀ ਜੋ ਵੀ ਹੈ ਦੁਹਾਗਣੀ ਮਤਲਬ ਜਦੋਂ ਵਿਛੜ ਜਾਂਦਾ ਹੈ ਅਚਾਨਕ ਤੇ ਉਹਨੂੰ ਪੁੱਛੋ ਜਾ ਕੇ ਵਿਚਾਰੀ ਦਾ ਕੀ ਹਾਲ ਹੁੰਦਾ, ਜਿੱਦਾਂ ਉਹ ਦਿਨ ਤੇ ਰਾਤ ਕਿੱਦਾਂ ਨਿਕਲਦੀ ਹੈ ਉਹਦੀ। ਉਹ
ਵਿਚਾਰੇ ਦੀ ਜਾਂ ਵਿਚਾਰੀ ਜੋ ਵੀ ਹੈ, ਮਤਲਬ ਸੰਸਾਰ ਨਾਲ ਇੱਕ ਰਿਲੇਟ ਕਰ ਰਹੇ ਨੇ ਉਹ। ਤੇ ਉਹ ਕਹਿੰਦੇ ਵੀ ਮੈਂ ਆਪਣੇ ਪਿਆਰੇ ਤੋਂ ਇੱਕ ਸੈਕਿੰਡ ਲਈ ਵੀ ਜੇ ਮੈਂ ਟੁੱਟ ਜਾਵਾਂ ਤਾਂ ਮੇਰਾ ਇਹ ਹਾਲ ਹੋਊਗਾ, ਤੇ ਉਹਨਾਂ ਦਾ ਵਿਚਾਰਿਆਂ ਦਾ ਜਿਹੜੇ ਮਨਮੁਖ ਨੇ ਉਹਨਾਂ ਦਾ ਕੀ ਹਾਲ ਹੋਊਗਾ। ਦੇਖੋ ਬਿਲਕੁਲ ਉਹ ਇੱਕ ਭਗਤੀ ਵਿੱਚ ਇਹ ਹਾਲ ਹੈ ਉਹਨਾਂ ਦਾ, ਹਨਾ ਜੀ। ਹਾਂ ਬਿਲਕੁਲ ਸਹੀ ਗੱਲ। ਔਰ ਕਈ ਜਿਹੜੇ ਦੇਖੋ ਇਹ ਜਿਹੜੇ ਆਪਾਂ ਜਿਹੜੇ ਆ ਕਈ ਰੱਬ ਦੇ ਰਸਤੇ ਤੇ ਜਿਹੜਾ ਹੈਗਾ ਧਰਮ ਵੱਲ ਨੂੰ ਤੁਰਦੇ ਵੀ ਹੈਗੇ, ਤੇ ਉਹ ਜਿਹੜੇ ਭੂਲ ਭੁਲਈਆ 'ਚ ਪਏ ਰਹਿੰਦੇ ਆ, ਉਹ ਇੱਧਰ ਉੱਧਰ ਜਿਹੜੇ ਹੈਗੇ ਆ ਕਰਮ ਕਾਂਡਾਂ ਦੇ ਵਿੱਚ ਫਸ ਜਾਂਦੇ ਆ ਭਾਈ। ਉਹ ਤਾਂ ਬਿਲਕੁਲ ਦੇਖੋ। ਹਾਂ ਇਹ ਵੀ ਬਹੁਤ ਬਹੁਤ ਜ਼ਿਆਦਾ ਜਿਹੜਾ ਹੈਗਾ, ਕਿਉਂਕਿ ਜ਼ਿਆਦਾ ਆਪਾਂ ਨੂੰ ਪ੍ਰੋਗਰੈਸ ਨਹੀਂ ਆ ਰਹੀ ਭਾਈ। 10 ਦਿਨ 15 ਦਿਨ ਮਹੀਨਾ ਖੰਡ 2 ਮਹੀਨੇ ਜਿਹੜਾ ਦੇਖੋ, ਜੇ ਖੁਸ਼ੀ ਨਹੀਂ ਆ ਰਹੀ, ਸ਼ਾਂਤੀ ਨਹੀਂ ਆ ਰਹੀ, ਤੇ ਛੱਡੋ ਜਿਹੜੇ ਰਸਤੇ ਤੇ ਜਾ ਰਹੇ ਹਾਂ ਆਪਾਂ ਨੇ ਜਿਹੜਾ ਹੈਗਾ ਆਪਣਾ ਜੀਵਨ ਕਿਉਂ ਮਨੁੱਖੀ ਜੂਨ ਦਾਅ ਤੇ ਲਾਈਏ ਭਾਈ। ਇਹ ਤਾਂ ਐਸੀ ਚੀਜ਼ ਆ ਕਿ ਇਹਦੇ ਵਿੱਚ ਤਾਂ ਜਿਹੜਾ ਹੈਗਾ ਬਈ ਉਹ ਕਹਿੰਦੇ ਨਾ ਬਈ ਬਰਸਾਤ ਜਿਹੜੀ ਹੈਗੀ ਆ ਉਹ ਅੱਜ ਹੋ ਰਹੀ ਆ ਤੇ ਚਿੱਕੜ ਕੱਲ੍ਹ ਨੂੰ ਹੋਊਗਾ। ਬਹੁਤ ਤਾਂ ਇਹ ਚੀਜ਼ ਤਾਂ ਐਸਾ ਹੈ ਕਿ ਇਸ ਚੀਜ਼ ਤਾਂ ਇਹਦੇ ਵਿੱਚ ਤਾਂ ਇਮੀਡੀਏਟਲੀ ਜਿਹੜਾ ਹੈਗਾ ਆਪਾਂ ਨੂੰ ਸਫਲਤਾ ਮਿਲਣੀ ਹੈ ਭਾਈ। ਇੱਕ ਦਿਨ ਵੀ ਭਗਤੀ ਕੀਤੀ ਹੈ, ਇੱਕ ਦਿਨ ਵੀ ਵਿਚਾਰ ਬੰਦ ਕੀਤੇ ਆਪਾਂ ਨੇ, ਸੁਣਦੇ ਵਿੱਚ ਬੈਠੇ ਹਾਂ, ਤੇ ਆਪਣੇ ਅੰਦਰ ਚੇਂਜ ਲਾਜ਼ਮੀ ਆਉਣਾ ਹੈ। ਸ਼ਾਂਤੀ ਔਰ ਖੁਸ਼ੀ ਆਉਣੀ ਲਾਜ਼ਮੀ ਹੈਗੀ, ਇਹਦਾ ਬਾਈ ਪ੍ਰੋਡਕਟ ਹੈਗੀ। ਅੱਗੇ ਜਿਹੜਾ ਹੈਗਾ ਸਹੁਰੇ ਢੋਈ ਨਾ ਲਹੈ ਪਈਏ ਨਾਹੀ ਥਾਉ, ਫਿਰ ਵਾਤੜੀ ਨਾ ਪੁੱਛੇ ਧਨ ਸੁਹਾਗਣ ਨਾਉ। ਕਹਿੰਦੇ ਇਹ ਹੁਣ ਪੂਰਾ ਕਰਮ ਕਾਂਡ ਦੇ ਉੱਤੇ ਆ ਗਿਆ। ਕਹਿੰਦੇ ਨਾਮ ਤਾਂ ਜ਼ਰੂਰ ਸੁਹਾਗਣ ਹੈਗਾ, ਜੀਵ ਇਸਤਰੀ ਦਾ ਨਾਮ ਸੁਹਾਗਣ ਹੈਗਾ। ਕਹਿੰਦੀ ਆਪਣੇ ਆਪ ਨੂੰ ਜਿਹੜਾ ਹੈਗਾ, ਆਪਣੇ ਆਪ ਨੂੰ ਮਾਲਕ ਦਾ ਭਗਤ ਅਖਵਾਉਂਦਾ ਹੈ। ਆਪਾਂ ਵੀ ਗੁਰਮੁਖ ਅਖਵਾਉਂਦੇ ਹਾਂ, ਵੀ ਸਾਧਨਾ ਕਰਨ ਵਾਲੇ, ਭਗਤੀ ਕਰਨ ਵਾਲੇ, ਇਹ ਰੱਬ ਵਾਲੇ ਪਾਸੇ ਤੇ ਤੁਰਨ ਵਾਲੇ। ਪਰ ਫਿਰ ਵਾਤੜੀ ਨਾ ਪੁੱਛੇ, ਮਾਲਕ ਪਰਮਾਤਮਾ ਦਾ ਜਿਹੜਾ ਹੈਗਾ ਉਹਦੇ ਬਾਰੇ ਕੋਈ ਪਤਾ ਹੀ ਨਹੀਂ। ਪਤੀ ਪਰਮਾਤਮਾ ਦਾ ਉਹ ਤਾਂ ਬਾਤ ਹੀ ਨਹੀਂ ਪੁੱਛਦਾ। ਉਹ ਜ਼ਰੂਰ ਸੁਹਾਗਣ ਹੈਗੀ ਆ, ਨਾਮ ਜ਼ਰੂਰ ਸੁਹਾਗਣ ਹੈਗਾ। ਕਿਉਂ ਸਹੁਰੇ ਢੋਈ ਨਾ ਲਹੇ, ਕਿਉਂ ਨਹੀਂ ਮਿਲ ਰਹੀ ਸਹੁਰੇ ਘਰ ਦੇ ਵਿੱਚ ਢੋਈ ਪਾਏ? ਕਿਉਂ ਨਹੀਂ ਉਹ ਮਾਲਕ ਪਰਮਾਤਮਾ ਵਾਤੜੀ ਪੁੱਛ ਰਿਹਾ ਪਈਏ ਨਾ ਹੀ ਥਾਂ? ਕਹਿੰਦੇ ਭਾਈ ਪੇਕੇ ਘਰ ਦੇ ਵਿੱਚ ਥਾਂ ਨਹੀਂ ਬਣਾਇਆ, ਪੇਕੇ ਘਰ ਦੇ ਵਿੱਚ ਥਾਂ ਨਹੀਂ ਬਣਾਈ, ਪੇਕੇ ਘਰ ਦੇ ਵਿੱਚ ਜਿਹੜਾ ਹੈਗਾ ਗਿਆਨ ਨਹੀਂ ਲਿਆ, ਸਹੀ ਰਸਤਾ ਨਹੀਂ ਲਿਆ, ਸਹੀ ਰਸਤੇ ਤੇ ਚੱਲੀ ਨਹੀਂ, ਤਾਂ ਜਿਹੜਾ ਹੈਗਾ ਸਹੁਰੇ ਘਰ 'ਚ ਜਗ੍ਹਾ ਨਹੀਂ ਮਿਲੀ ਭਾਈ, ਢੋਈ ਨਹੀਂ ਮਿਲੀ ਸਹੁਰੇ ਘਰ ਦੇ ਵਿੱਚ। ਤਾਂ ਉਹ ਪਤੀ ਪਰਮਾਤਮਾ ਜਿਹੜਾ ਹੈਗਾ ਬਾਤ ਨਹੀਂ ਪੁੱਛਦਾ। ਜੋ ਮਾਲਕ ਨੇ ਦੁਨੀਆ ਦੇ ਵਿੱਚ ਮਾਲਕ ਨੇ ਨਿਯਮ ਬਣਾਏ ਆ, ਮਾਲਕ ਬੋਲਦਾ ਹੈ ਬ੍ਰਹਮ ਗਿਆਨੀਆਂ ਦੇ ਥਰੂ, ਮਾਲਕ ਬੋਲਦਾ ਹੈ ਜਿਹੜਾ ਹੈਗਾ ਗੁਰਮੁਖ ਜਿਹੜੇ ਹੈਗੇ ਸਿਸਟਮ ਦੇ ਵਿੱਚ, ਮਾਲਕ ਬੋਲਦਾ ਹੈ ਜਿਹੜਾ ਗੁਰੂ ਦੇ ਮੂੰਹ ਤੋਂ, ਮਾਲਕ ਬੋਲਦਾ ਹੈ ਜਿਹੜਾ ਹੈਗਾ ਇਹ ਸਾਰੇ ਜਿਹੜੇ ਹੈਗੇ ਭਗਤ ਮਹੱਲੇ। ਮਾਲਕ ਦੱਸਦਾ ਹੈ ਵੀ ਕਿਵੇਂ ਜਿਹੜਾ ਹੈਗਾ ਉਹ ਮਾਲਕ ਕੀ ਚਾਹੁੰਦਾ ਹੈ, ਪਤੀ ਕਿਹੋ ਜਿਹਾ ਆਪਾਂ ਨੂੰ ਜਿਹੜਾ ਹੈਗਾ ਕਿਹੋ ਜਿਹਾ ਜਿਹੜਾ ਹੈ ਆਪਾਂ ਨੂੰ ਜਿਹੜਾ ਹੈਗਾ ਆਪਾਂ ਨੂੰ ਜਿਹੜਾ ਸ਼ਿੰਗਾਰ ਕਰਨਾ ਪਊਗਾ, ਆਪਣੇ ਆਪ ਦੇ ਵਿੱਚ ਕਿਹੋ ਜਿਹਾ ਸੁਧਾਰ ਕਰਨਾ ਪਊਗਾ ਕਿ ਉਹ ਮਾਲਕ ਪਰਮਾਤਮਾ ਜਿਹੜਾ ਹੈਗਾ ਸਹੁਰੇ ਘਰ 'ਚ ਜਗ੍ਹਾ ਮਿਲੇ, ਮਾਲਕ ਬਾਤ ਪੁੱਜ ਜਾਏ, ਆਪਣਾ ਜੀਵਨ ਸਫਲ ਹੋ ਜਾਏ। ਹਾਂਜੀ ਹਾਂਜੀ ਬਿਲਕੁਲ ਠੀਕ ਹੈ ਜੀ। ਉਹ ਕਹਿੰਦੇ ਵੀ ਜੇ ਤੂੰ ਆਪਣਾ ਅੱਗੇ, ਜੇ ਤੂੰ ਦੇਖੋ ਜੇ ਲੋਕ ਦੇ ਵਿੱਚ ਨਹੀਂ ਕੁਛ ਕੀਤਾ ਤੇ ਪ੍ਰਲੋਕ ਦੀ ਕਿੱਥੋਂ ਉਮੀਦ ਲਾਈ ਬੈਠਾ ਤੂੰ? ਹਾਂ ਹੈ ਨਾ, ਉਹ ਤੂੰ ਇੱਥੇ ਹੀ ਕਰ ਹੁਣੀ। ਇਸੇ ਵਾਸਤੇ ਤਾਂ ਉਹ ਕੱਲ ਤੇ ਨਾ ਛੱਡ, ਪਤਾ ਨਹੀਂ ਅਗਲਾ ਪਲ ਆਉਣਾ ਕਿ ਨਹੀਂ ਆਉਣਾ। ਇਸੇ ਵਾਸਤੇ ਤਾਂ ਜਨਮ ਮਿਲਿਆ ਮਨੁੱਖ ਦਾ, ਇਸੇ ਵਾਸਤੇ। ਹਾਂ ਬਿਲਕੁਲ ਜੀ, ਬਿਲਕੁਲ। ਉਹ ਅਸੀਂ ਪੂਰਾ ਇਸ ਨੂੰ ਅਪਗ੍ਰੇਡ, ਕਿਉਂਕਿ ਹਰ ਜਿਹੜੀ ਜ਼ੋਨ ਹੈ ਉਹ ਅਪਗ੍ਰੇਡੇਸ਼ਨ ਵਾਸਤੇ ਆਈ ਹੈ। ਤੇ ਇਸ ਤੋਂ ਮਨੁੱਖੀ ਜਨਮ ਤੋਂ ਉੱਪਰ ਅਪਗ੍ਰੇਡੇਸ਼ਨ ਕੀ ਹੈ? ਪਰਮਾਤਮਾ ਹੋਣ ਵਾਸਤੇ ਆਈ ਹੈ, ਤੇ ਉਹਦੇ ਚ ਮਿਲਾਪ, ਉਹਦੇ ਪਰਮਾਤਮਾ ਨਾਲ ਮਿਲਾਪ ਹੋਣ ਵਾਸਤੇ ਆਈ ਹੈ, ਬੂੰਦ ਸਾਗਰ ਚ ਮਿਲਣ ਵਾਸਤੇ ਆਈ ਹੈ। ਤੇ ਉਹਦੇ ਵਾਸਤੇ ਇੰਤਜ਼ਾਮ ਤਾਂ ਤੈਨੂੰ ਇੱਥੇ ਹੀ ਕਰਨਾ ਪੈਣਾ ਨਾ, ਮਰਨ ਤੋਂ ਬਾਅਦ ਥੋੜੀ ਕਰਨਾ। ਤਾਂ ਉਹ ਫਿਰ ਤੂੰ ਆ ਪੇਕਾ ਘਰ ਤੇਰਾ ਇੱਥੇ ਇੰਤਜ਼ਾਮ ਹੋਣੇ ਤੋਂ ਕਰ, ਕਦੋਂ ਕਰੇਗਾ? ਉਹਦੇ ਯਾਦ ਚ ਬੈਠ, ਜੁੜ ਬੈਠ, ਮਨ ਨੂੰ ਥੋੜਾ ਸਾਈਡ ਕਰ ਵੀ ਉਹ ਪਤਾ ਮਨ ਤਾਂ ਸ਼ਰਾਰਤੀ ਹੈ, ਇਹਨੇ ਤਾਂ ਛੱਡਣਾ ਨਹੀਂ ਪਿੱਛੇ ਤੇਰੇ ਲੱਗਣੋਂ। ਪਰ ਕੋਈ ਨਹੀਂ, ਉਹਨੂੰ ਕਿਹਾ ਵੀ ਕੋਈ ਨਹੀਂ ਆਪਾਂ ਕਰ ਲਾਂਗੇ ਗੱਲ, ਤੂੰ ਆਪਾਂ ਪਹਿਲਾਂ ਰੋਕੇਗਾ ਹੌਲੀ ਹੌਲੀ, ਕਿਉਂਕਿ ਉਹਨੂੰ ਵੀ ਆਨੰਦ ਚਾਹੀਦਾ। ਜਦੋਂ ਉਹਨੂੰ ਮਿਲ ਗਿਆ ਤੇ ਫਿਰ ਉਹ ਇੱਥੇ ਵੀ ਆਨੰਦ ਤੇ ਉੱਥੇ ਵੀ ਆਨੰਦ, ਫਿਰ ਤੋਂ ਆਨੰਦ ਉਹੀ ਹੈ। ਬਿਲਕੁਲ। ਤੇ ਉਹ ਹਾਂ ਇਸ ਕਰਕੇ ਕਹਿੰਦੇ ਫਿਰ ਜੇ ਤੂੰ ਇਹ ਨਹੀਂ ਕਰੇਗਾ
ਫਿਰ ਤੂੰ ਉਮੀਦ ਲਾ ਲੇਗਾ ਵੀ ਤੈਨੂੰ ਵੀ ਅੱਗੇ ਕੁਛ ਮਿਲ ਜੂਗਾ। ਜਦ ਤੱਕ ਇੱਥੇ ਹੀ ਮਤਲਬ ਤੂੰ ਆਹ ਵਾਲੀ ਹਾਲਤ ਹੀ ਖਰਾਬ ਕਰ ਲੈ ਤੇ ਪਲਕ ਦੀ ਕਿੱਥੋਂ ਤੂੰ ਉਮੀਦ ਲਾ ਰਿਹਾ ਵੀ? ਉਹ ਤਾਂ ਫਿਰ ਤੂੰ ਗਲਤ ਲਾ ਰਿਹਾ। ਹਾਂਜੀ ਤੇ ਗੋਰਖੀ ਸਾਹਿਬ ਆ ਗਿਆ ਕਰਕੇ ਜੁੜੀਏ। ਅੱਛਾ ਜੀ, ਅੱਛਾ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਹਾਂਜੀ ਨਜਰ ਸਾਹਿਬ, ਕੋਈ ਆਪ ਕੰਟੀਨਿਊ ਕਰੋ ਪਲੀਜ਼। ਨਹੀਂ ਵੀਰ ਜੀ, ਨਾ ਪਲੀਜ਼ ਵੀਰ ਜੀ। ਅਸੀਂ ਜਿਹੜਾ ਹੈਗੇ 1379 ਸੌਰੀ 1379 ਤੇ ਉੱਤੇ ਹੈਗੇ ਆ ਤੇ 31ਵਾਂ ਜੇ ਲਿਆ ਅਸੀਂ ਤੇ 32ਵਾਂ ਲੈ ਰਹੇ ਹਾਂ ਅਸੀਂ। ਸਹੁਰੇ ਪਈਏ ਕੰਤ ਕੀ ਕੰਤ ਅਗਮ ਅਥਾ, ਨਾਨਕ ਸੋ ਸੁਹਾਗਣੀ ਜੋ ਭਾਵੇ ਬੇਪਰਵਾਹ। ਹੁਣ ਜਿਹੜਾ ਮਾਲਕ ਕਹਿੰਦੇ ਆ ਸੁਹਾਗਣ ਤਾਂ ਉਹ ਹੈਗੀ ਭਾਈ ਜਿਹਨੂੰ ਜਿਹੜੀ ਆਪਣੇ ਪਤੀ ਨੂੰ ਜਿਹੜੀ ਹੈ ਪਾਉਂਦੀ ਆ ਉਸ, ਔਰ ਪਤੀ ਜਿਹੜਾ ਹੈਗਾ ਉਹ ਬੇਪਰਵਾਹ ਹੈ, ਉਹ ਬੇਪਰਵਾਹ ਹੈ ਬਿਲਕੁਲ। ਉਹਨੂੰ ਕੋਈ ਕਿਸੇ ਹੋਰ ਤਰੀਕੇ ਦੇ ਨਾਲ ਜਿਹੜਾ ਹੈਗਾ ਉਹਦੇ 'ਤੇ ਪ੍ਰਭਾਵ ਨਹੀਂ ਪਾਇਆ ਜਾ ਸਕਦਾ ਮਾਲਕ ਪਰਮਾਤਮਾ 'ਤੇ। ਜੋ ਉਸਨੇ ਜੋ ਸੱਚ ਹੈਗਾ ਸੱਚ ਦੇ ਨਾਲ ਜਿਹੜਾ ਹੈਗਾ ਉਹ ਖੁਸ਼ ਹੁੰਦਾ। ਜੋ ਮਾਲਕ ਪਰਮਾਤਮਾ ਨੇ ਜਿਹੜਾ ਹੈਗਾ ਸੰਸਾਰ ਦੀ ਰਚਨਾ ਕੀਤੀ ਹੈ ਔਰ ਜੋ ਬ੍ਰਹਮ ਗਿਆਨੀ, ਜੋ ਗੁਰੂ, ਜੋ ਮਹਾਂਪੁਰਖ ਕਹਿੰਦੇ ਆ ਆਪਾਂ ਨੂੰ, ਉਹ ਕੰਮ ਕਰਨ ਦੇ ਨਾਲ ਉਹ ਮਾਲਕ ਪਰਮਾਤਮਾ ਖੁਸ਼ ਹੁੰਦਾ ਹੈ ਭਾਈ। ਨਾਨਕ ਸੋ ਸੁਹਾਗਣੀ, ਨਾਨਕ ਸੋ ਸੁਹਾਗਣੀ ਜੋ ਭਾਵੇ ਬੇਪਰਵਾਹ, ਜਿਹੜੀ ਮਾਲਕ ਨੂੰ ਪਾਉਂਦੀ ਆ। ਸਹੁਰੇ ਪਈਏ ਕੰਤ ਕੀ, ਕਿਹੜੀ ਪਾਉਂਦੀ ਆ? ਸਹੁਰੇ ਪਈਏ ਕੰਤ ਕੀ ਕੰਤ ਅਗਮ ਅਥਾ, ਉਹ ਅਗੰਮ ਆ, ਨਹੀਂ ਗਮਿਆ ਜਾਂਦਾ ਹੋਰ ਕਿਸੇ ਤਰੀਕੇ ਦੇ ਨਾਲ। ਅਥਾਹ ਹੈ, ਗਹਿਰਾ ਹੈ ਬਹੁਤ, ਉਹਦਾ ਥਾਂ ਨਹੀਂ ਪਾਇਆ ਜਾ ਸਕਦਾ। ਜਿਹੜੀ ਜੀਵ ਇਸਤਰੀ, ਜਿਹੜਾ ਇਨਸਾਨ ਜਿਹੜਾ ਹੈਗਾ ਸਹੁਰੇ ਪਈਏ ਕੰਤ ਕੀ, ਇੱਥੇ ਜਿਹੜਾ ਹੈਗਾ ਪੇਕੇ ਘਰ ਦੇ ਵਿੱਚ ਉਹ ਮਾਲਕ ਪਰਮਾਤਮਾ ਦੀ ਬਣ ਕੇ ਰਹਿੰਦੀ ਆ ਤੇ ਸਹੁਰੇ ਦੇ ਵਿੱਚ ਵੀ ਉੱਥੇ ਵੀ ਉਹ ਮਾਲਕ ਪਰਮਾਤਮਾ ਦੀ ਬਣ ਕੇ ਰਹੂਗੀ। ਉਸ 'ਤੇ ਉਹ ਜਿਹੜੀ ਉਹ ਸੁਹਾਗਣ ਹੈਗੀ ਔਰ ਉਹ ਬੇਪਰਵਾਹ ਨੂੰ ਭਾ ਜਾਊਗੀ ਭਾਈ। ਜਿਹੜੀ ਸਹੁਰੇ ਤੇ ਪੇਕੇ ਜਿਹੜੀ ਹੈਗੀ ਉਹ ਮਾਲਕ ਪਰਮਾਤਮਾ ਦੀ ਯਾਦ ਦੇ ਵਿੱਚ ਰਹਿੰਦੀ ਹੈ, ਮਾਲਕ ਦੀ ਬਣ ਕੇ ਰਹਿੰਦੀ ਹੈ। ਜੋ ਮਾਲਕ ਚਾਹੁੰਦਾ ਹੈ ਉਹ ਗੁਣ ਆਪਣੇ ਅੰਦਰ ਧਾਰਨ ਕਰਦੀ ਹੈ। ਉਸ ਅਨੁਸਾਰ ਉਸ ਪਾਸੇ ਨੂੰ ਜਿਹੜਾ ਹੈਗਾ ਗਤੀ ਕਰਦੀ ਹੈ। ਜੋ ਮਾਲਕ ਨੇ ਸੰਸਾਰ ਆਕਾਰ ਬਣਾਇਆ ਹੈ ਇਹਦੇ 'ਚ ਲਿਮਿਟਿਡ ਰਹਿ ਕੇ ਔਰ ਜਿਹੜਾ ਹੈਗਾ ਉਹ ਨਿਰਾਕਾਰ ਦੇ ਵਿੱਚ ਜਿਹੜੀ ਹੈਗੀ ਉਹ ਅਥਾਹ ਅਗੰਮ ਦੇ ਵਿੱਚ ਜਿਹੜੀ ਹੈਗੀ ਆਪਣੇ ਉਸ ਪਾਸੇ ਲਿਵ ਪਰਮਾਤਮਾ ਦੇ ਆਤਮਾ ਦੇ ਵਿੱਚ ਜਿਹੜੀ ਹੈ ਆਪਣੀ ਸੁਰਤ ਲਿਵ ਜੋੜਦੀ ਹੈ। ਸਹੁਰੇ ਪਈਏ ਕੰਤ ਕੀ ਕੰਤ ਅਗਮ ਅਥਾ, ਜਿਹੜੀ ਸਹੁਰੇ ਤੇ ਪੇਕੇ ਘਰ ਦੇ ਵਿੱਚ ਭਾਈ ਆਪਾਂ ਪੇਕੇ ਘਰ ਦੇ ਵਿੱਚ ਹੈਗੇ ਆ, ਇੱਥੇ ਜਿਹੜੀ ਹੈ ਪਰਮਾਤਮਾ ਦੇ ਨਾਲ ਅਟੈਚ ਹੋਏਗੀ ਤੇ ਉਹ ਸਹੁਰੇ ਦੇ ਵਿੱਚ, ਸਹੁਰੇ ਘਰ ਦੇ ਵਿੱਚ ਵੀ ਉਹਨੂੰ ਜਗ੍ਹਾ ਮਿਲੂਗੀ ਭਾਈ, ਉਹ ਵੀ ਬੇਪਰਵਾਹ ਨੂੰ ਭਾ ਜਾਊਗੀ। ਹਾਂਜੀ ਗੋਰਖੀ ਸਾਹਿਬ। ਹਾਂਜੀ ਠੀਕ ਹੈ ਜੀ। ਸਾਧ ਸੰਗਤ ਜੀ, ਇੱਥੇ ਉਹ ਕਹਿ ਰਹੇ ਨੇ ਇੱਕ ਸੰਸਾਰ ਦੀ ਇੱਕ ਰਿਸ਼ਤੇ ਦੀ ਗੱਲ ਕੀਤੀ ਹੈ ਕਿ ਜਦੋਂ ਔਰਤ ਵਿਆਹੀ ਜਾਂਦੀ ਹੈ ਤੇ ਉਹ ਆਪਣੇ ਪਤੀ ਦੇ ਅਨੁਸਾਰ ਆਪਣਾ ਜੀਵਨ ਬਤੀਤ ਕਰਦੀ। ਕਿਉਂ? ਕਿਉਂਕਿ ਜੇ ਉਹ ਆਪਣੀਆਂ ਮਨਮਰਜ਼ੀਆਂ ਕਰੂਗੀ ਤੇ ਰਹੂਗੀ ਪਤੀ ਦੇ ਨਾਲ ਆ, ਪਰ ਪਤੀ ਦਾ ਪਿਆਰ ਉਹ ਪ੍ਰਾਪਤ ਨਹੀਂ ਕਰ ਸਕਦੀ। ਤੇ ਇਸੇ ਉਦਾਹਰਨ ਨੂੰ ਉਹ ਸਾਡੇ ਲਈ ਲੈ ਕੇ ਆਏ ਨੇ ਕਿ ਜਦੋਂ ਅਸੀਂ ਮਾਨਸ ਜਨਮ ਚਾਹੁੰਦੇ ਹਾਂ ਤੇ ਪਰਮਾਤਮਾ ਨੂੰ ਤੇ ਉਹੀ ਬੰਦਾ ਚੰਗਾ ਲੱਗਦਾ ਹੈ ਜਿਹੜਾ ਧਰਮ ਦੇ ਅਨੁਸਾਰ ਆਪਣਾ ਜੀਵਨ ਬਤੀਤ ਕਰ। ਇਹ ਉਹੀ ਆ ਗੱਲ ਕਿ ਜਦੋਂ ਇੱਕ ਔਰਤ ਪਤੀ ਦੇ ਅਨੁਸਾਰ ਆਪਣਾ ਜੀਵਨ ਬਤੀਤ ਕਰਦੀ ਹੈ ਤੇ ਫਿਰ ਪਤੀ ਬਹੁਤ ਉਹਨੂੰ ਪਿਆਰ ਕਰਦਾ। ਤੇ ਜਦੋਂ ਉਹ ਉਦਾਂ ਦਾ ਜੀਵਨ ਨਹੀਂ ਆ, ਉਹ ਕਹਿੰਦਾ ਸੱਜੇ ਬੰਨੇ ਜਾਣਾ, ਉਹ ਕਹਿੰਦੀ ਮੈਂ ਖੱਬੇ ਬੰਨੇ ਜਾਣਾ, ਉਹ ਕਹਿੰਦਾ ਮੈਂ ਅੱਗੇ ਜਾਣਾ, ਉਹ ਕਹਿੰਦੀ ਮੈਂ ਪਿੱਛੇ ਜਾਣਾ, ਤੇ ਫਿਰ ਉਹ ਰਹਿਣਗੇ ਇਕੱਠੇ ਬਟ ਉਹਨਾਂ ਦੀ ਅੰਡਰਸਟੈਂਡਿੰਗ ਬਹੁਤ ਘੱਟ ਹੈ। ਇਹੋ ਹੀ ਜੀਵਨ ਜਿਹੜਾ ਸਾਡਾ ਹੈ, ਆਪਾਂ ਇੱਕ ਨਜ਼ਰ ਮਾਰੀ ਆਪਣੇ ਜੀਵਨ ਤੇ ਕਿ ਸੱਚੀ ਆਪਾਂ ਕਦੇ ਜੀਵਨ ਉਸ ਤਰੀਕੇ ਨਾਲ ਬਤੀਤ ਕੀਤਾ ਹੈ ਜਿਸ ਤਰ੍ਹਾਂ ਪਰਮਾਤਮਾ ਨੂੰ ਚੰਗਾ ਲੱਗੇ, ਤੇ ਉਹੀ ਭਾਊਗਾ। ਦੂਜੀ ਤਰਫ ਦੇਖ ਲਓ, ਤੁਸੀਂ ਸੰਸਾਰ ਨੂੰ ਖੁਸ਼ ਕਰ ਲਓ ਤੇ ਇੱਕ ਵਾਰੀ ਰੱਬ ਨੂੰ ਖੁਸ਼ ਕਰ ਲਓ।
ਉਹ ਕਹਿੰਦੇ ਕੋਈ ਭਲਾ ਕਹੇ ਕੋਈ ਬੁਰਾ ਕਹੇ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਮੈਨੂੰ ਤੇਰੀ ਸਟੇਟਮੈਂਟ ਦੀ ਨਹੀਂ ਲੋੜ। ਉਹ ਕਹਿੰਦੇ ਨੇ, ਹਾਂਜੀ ਨਜਰ ਸਾਹਿਬ ਕਹਿੰਦੇ ਹਮ ਤੋਂ ਤਨ ਦਿਓ ਹੈ ਡਾਰ। ਕਹਿੰਦੇ ਮੈਂ ਸਰੀਰ ਦੇ ਵਾਸਤੇ ਨਹੀਂ ਗਤੀ ਕਰਦਾ ਭਾਈ, ਸਰੀਰ ਨੂੰ ਸਿੱਖੇ ਜਿੰਦਾ ਰੱਖਣ ਵਾਸਤੇ ਜਿਹੜਾ ਹੈਗਾ ਇਹ ਦੁਨੀਆ ਦੇ ਪਦਾਰਥ ਲੈਣਾ ਹੈ, ਮੈਨੂੰ ਮਾਲਕ ਦੀ ਫਿਕਰ ਹੈਗੀ। ਹਾਂਜੀ ਵੀਰ ਜੀ। ਹਾਂਜੀ, ਉਹ ਕਹਿੰਦੇ ਕਿ ਮੈਂ ਪਰਮਾਤਮਾ ਨੂੰ ਅੱਗੇ ਰੱਖਿਆ। ਹਾਂ, ਬ੍ਰਹਮ ਗਿਆਨੀ ਕਿਤੇ ਵੀ ਬੰਦੇ ਲਈ ਜੀਵਨ ਨਹੀਂ ਬਤੀਤ ਕਰਦੇ, ਉਹ ਬੜੇ ਵੱਡੇ ਲੈਵਲ ਦਾ ਜੀਵਨ ਹੁੰਦਾ ਉਹਨਾਂ ਦਾ। ਫਿਰ ਉਹ ਕਹਿੰਦੇ ਭਗਤਾਂ ਕੀ ਨਿਰਾਲੀ ਬੇਖਮ ਮਾਰਗ ਚੱਲਣਾ। ਹਾਂ, ਭਗਤਾਂ ਕੀ ਚਾਲ ਚੱਲਣਾ, ਚਾਲ ਨਿਰਾਲੀ, ਚਾਲ ਨਿਰਾਲੀ ਉਹਨਾਂ ਦੀ ਚਾਲ ਨਿਰਾਲੀ ਹੁੰਦੀ ਹੈ। ਫਿਰ ਉਹ ਕਹਿੰਦੇ ਆ ਕਿ ਨਿਰਾਲੀ ਤੋਂ ਭਾਵ ਜਿੱਥੇ ਭੀੜ ਜਾਂਦੀ ਹੈ ਉਸ ਤੋਂ ਉਲਟ ਹੁੰਦੀ ਹੈ। ਬਿਲਕੁਲ ਉਲਟ ਹੁੰਦੀ ਹੈ। ਇਹ ਬਿਲਕੁਲ ਸਹੀ ਗੱਲ ਹੈ। ਕਿਉਂ? ਸੰਸਾਰ ਤੇ ਕਹਿੰਦਾ ਵੀ ਜੋ ਆਇਆ ਹੈ ਸਾਨੂੰ ਦੇ ਦਿਓ, ਪਰ ਉਹ ਲੈਂਦੇ ਨਹੀਂ, ਅਗਲੇ ਉਲਟਾ ਚੱਲਦੇ ਨੇ। ਉਹ ਕਹਿੰਦੇ ਨੇ ਕਿ ਨਹੀਂ, ਜਿਹੜਾ ਮੇਰਾ ਨਹੀਂ ਹੈਗਾ ਉਹ ਮੈਂ ਲੈ ਨਹੀਂ ਸਕਦਾ, ਤੇ ਉਲਟਾ ਜੋ ਮੇਰਾ ਹੈਗਾ ਉਹ ਚੋਂ ਵੀ ਦੇ ਦਿੰਦੇ ਨੇ। ਤੇ ਇਹ ਗੱਲਬਾਤ ਆ। ਸੋ ਆਪਾਂ ਇਹ ਚੀਜ਼ ਨੂੰ ਸਮਝੀਏ, ਜਿਹੜਾ ਜੀਵਨ ਬੀਤ ਗਿਆ ਆਪ ਉਹਨੂੰ ਛੱਡ ਦਿਓ ਪਲੀਜ਼। ਉੱਥੇ ਤੁਸੀਂ ਕੁਝ ਵੀ ਨਹੀਂ ਕਰ ਸਕਦੇ। ਇਟ ਡਜ਼ਨਟ ਮੈਟਰ ਪਹਿਲਾ ਜੀਵਨ ਤੁਹਾਡਾ ਕਿਸ ਤਰੀਕੇ ਨਾਲ ਬਤੀਤ ਹੋਇਆ, ਉਹ ਇੱਕ ਅਲੱਗ ਵਿਵਸਥਾ ਹੈ। ਉਹ ਵੈਸੇ ਵੀ ਵੈਲਿਊ ਨਹੀਂ ਐਡ ਕਰਦਾ। ਗੱਲ ਇਹ ਹੈ ਕਿ ਹੁਣ ਆਪਾਂ ਕੀ ਕਰ ਰਹੇ ਹਾਂ। ਹੁਣ ਤੁਸੀਂ ਦੇਖੋ, ਅੱਜ ਤੋਂ ਸ਼ੁਰੂ ਹੋ ਜਾਓ। ਮੈਂ ਤੇ ਇਹੋ ਕਹਿੰਦੇ ਆ, ਕੀ ਕਰੀਏ? ਉਹ ਪਤੀ ਪਰਮੇਸ਼ਰ ਆ, ਉਹ ਤੇ ਵੇਖਣ ਦਿਆ ਸਾਡੇ ਵੱਲ ਕਿ ਚਰਨਜੀਤ ਕਿੱਥੇ ਪਾਸ ਤੇ ਕਿੱਥੇ ਫੇਲ, ਇਮਤਿਹਾਨ। ਤੇ ਫਿਰ ਪਤੀ ਨੂੰ ਤੇ ਉਹੀ ਪਤਨੀ ਚੰਗੀ ਲੱਗੂਗੀ ਜਿਹੜੀ ਮਤਲਬ ਉਹਦੇ ਅਨੁਸਾਰ ਜੀਵਨ ਬਤੀਤ ਕਰਦੀ। ਪਤੀ ਤੇ ਪਤਨੀ ਮਤਲਬ ਵੇਖੋ, ਕਹਿੰਦੇ ਕਾਫੀ ਗਹਿਰਾ ਰਿਸ਼ਤਾ ਹੈ। ਇਸ ਸਹੀ ਤਰ੍ਹਾਂ ਆਪਾਂ ਸਭ ਇਸਤਰੀਆਂ ਹੀ ਆ ਤੇ ਪੁਰਸ਼ ਤੇ ਪਰਮਾਤਮਾ ਹੀ ਆ। ਬਿਲਕੁਲ। ਪ੍ਰਕਿਰਤੀ ਦੇ ਵਿੱਚ ਜੋ ਵੀ ਆਉਂਦੇ ਆ ਸਭ ਮਤਲਬ ਸੈਕੰਡ ਫੇਸ ਹੈਗੇ ਆ। ਆਪਾਂ ਡਾਇਰੈਕਟ ਪਰਮਾਤਮਾ ਨਹੀਂ ਹੈਗੇ, ਆਪਾਂ ਹੈਗੇ ਆ, ਬਟ ਆਪਾਂ ਪ੍ਰਕਿਰਤੀ ਦੇ ਥਰੂ ਆਏ ਆ। ਠੀਕ ਹੈ, ਬਿਲਕੁਲ। ਇਸ ਕਰਕੇ ਪਰਮਾਤਮਾ ਨੂੰ ਰਿਪਰੈਜ਼ੈਂਟ ਕਰਨਾ ਹੈ ਔਰ ਹਮੇਸ਼ਾ ਹੀ ਉਹਨੂੰ ਅੱਗੇ ਰੱਖਣਾ ਹੈ ਕਿ ਦੇਖੋ ਇੱਕ ਐਸਾ ਪਤੀ ਹੈ ਜਿਹਦੇ ਨਾਲ ਤੁਸੀਂ ਚੀਟਿੰਗ ਨਹੀਂ ਕਰ ਸਕਦੇ। ਇੱਕ ਆਮ ਜਿਹੜਾ ਪਤੀ ਹੈ ਨਾ ਤੁਹਾਡਾ ਘਰ ਵਾਲਾ, ਉਹਨੂੰ ਤੇ ਪਤਾ ਕੁਛ ਨਹੀਂ ਵਿਚਾਰੇ ਨੂੰ, ਉਹ ਇੱਕ ਅਲੱਗ ਪਤੀ ਹੈ। ਇਹ ਜਿਹੜਾ ਪਤੀ ਹੈ ਇਹਨੂੰ ਪਤਾ ਹੈ। ਔਰ ਜਦੋਂ ਆਪਾਂ ਇਹ ਸੋਚਦੇ ਹਾਂ ਕਿ ਉਹ ਸਾਡੇ ਤੇ ਨਜ਼ਰ ਰੱਖ ਕੇ ਬੈਠਾ ਔਰ ਸਾਨੂੰ ਦੇਖਦਾ ਹੈ, ਤੇ ਫਿਰ ਤੁਸੀਂ ਜੀਵਨ ਬਤੀਤ ਕਰੋ, ਕੋਈ ਗੱਲ ਹੀ ਨਹੀਂ ਹੈ, ਤੁਹਾਨੂੰ ਕਾਲਖ ਲੱਗ ਹੀ ਨਹੀਂ ਸਕਦੀ। ਔਰ ਉਹ ਤੁਹਾਡੇ ਅੰਦਰ ਜਿਹੜੇ ਦੋ ਜੀਵ ਨੇ, ਇੱਕ ਚੰਗਾ ਇੱਕ ਮਾੜਾ ਹੈ। ਔਰ ਜਦੋਂ ਤੁਸੀਂ ਅੱਜ ਇੱਕ ਕੁੜੀ ਦਾ ਫੋਨ ਆਇਆ, ਕਹਿੰਦੀ ਵੀਰ ਜੀ ਉਹ ਜਿਹੜਾ ਤੁਸੀਂ ਕਹਿੰਦੇ ਨੇ ਇੱਕ ਚੰਗੀ ਸ਼ਕਤੀ ਸਾਡੇ ਅੰਦਰ, ਇੱਕ ਮਾੜੀ ਸ਼ਕਤੀ ਹੈ, ਤੇ ਜਦੋਂ ਆਪਾਂ ਜੇ ਮੰਨ ਲਓ ਕਿ ਆਪਾਂ ਚੰਗੀ ਸ਼ਕਤੀ ਦੇ ਨਾਲ ਚੱਲੀਏ ਤੇ ਮਾੜੀ ਦਾ ਕੀ ਹੋਊਗਾ? ਮੈਂ ਦੋ ਬਲਦ ਆ ਤੁਹਾਡੇ ਅੰਦਰ, ਇੱਕ ਲੈਫਟ ਹੈ ਇੱਕ ਰਾਈਟ ਹੈ, ਤੇ ਤੁਸੀਂ ਜਿਹਨੂੰ ਖਾਣਾ ਪਾਇਆ ਉਹਨੇ ਸਟਰੋਂਗ ਹੋ ਜਾਣਾ, ਦੂਜੇ ਨੇ ਵੀਕ ਹੋ ਜਾਣਾ। ਤੇ ਉਹ ਮੈਂ ਕਹਿੰਦੀ ਖਾਣੇ ਤੋਂ ਭਾਵ ਕੀ ਆ? ਮੈਂ ਤੁਸੀਂ ਜਿਹਦੇ ਅਨੁਸਾਰ ਆਪਣਾ ਜੀਵਨ ਬਤੀਤ ਕਰਨਾ ਸ਼ੁਰੂ ਕੀਤਾ। ਜੈਸਾ ਬਿਲਕੁਲ ਇੱਕ ਜਿਹੜਾ ਹੈਗਾ ਪਾਪ ਪੁੰਨ ਦੋਏ ਬੈਲ ਵਿਸਾਏ ਪਵਨ ਪੂੰਜੀ ਪ੍ਰਗਾਸਿਓ। ਤੇ ਜਿਹੜਾ ਪਾਪ ਵਾਲਾ ਬਲਦ ਨੂੰ ਜਿਹੜਾ ਹੈਗਾ ਉਧਰ ਨੂੰ ਗਤੀ ਕਰੀ ਜਾਓ, ਉਹ ਸਟਰੋਂਗ ਹੋ ਜਾਏਗਾ। ਪੁੰਨ ਵਾਲੇ ਨੂੰ ਕਰੋਗੇ ਤੇ ਪੁੰਨ ਵਾਲਾ ਹੋ ਜਾਏਗਾ। ਹਾਂ, ਤੇ ਦੂਜੇ ਨੇ ਵੀਕ ਹੋ ਜਾਣਾ। ਤੇ ਫਿਰ ਨੈਕਸਟ ਟਾਈਮ ਕੀ ਹੋਊਗਾ? ਜਿਹੜਾ ਪਾਵਰਫੁਲ ਆ ਉਹਨੇ ਖਿੱਚ ਕੇ ਲੈ ਜਾਣਾ। ਬਿਲਕੁਲ ਲੈ ਜਾਣਾ। ਹਾਂ, ਬਿਲਕੁਲ ਲੈ ਜਾਣਾ, ਬਿਲਕੁਲ ਲੈ ਜਾਣਾ। ਹਾਂ, ਤੁਹਾਡੀ ਬੁੱਧੀ ਨੇ ਕਨਵਿੰਸ ਕਰਨਾ ਮਨ ਨੂੰ। ਮਨ ਕੋਈ ਫੈਸਲਾ ਨਹੀਂ ਹੋਏਗਾ। ਛੋਟਾ ਬੱਚਾ ਵਾ, ਉਹਨੂੰ ਕਨਵਿੰਸ ਕਿੰਨੇ ਕਰਨਾ? ਤੁਹਾਡੀ ਬੁੱਧੀ ਨੇ। ਤੇ ਤੁਹਾਡੀ ਬੁੱਧੀ ਜੇ ਵਿਵੇਕ ਆ, ਇੱਕ ਸਧਾਰਨ ਬੁੱਧੀ ਆ, ਫਰਕ ਹੈਗਾ। ਔਰ ਜਿਹਦੀ ਤੁਸੀਂ ਗੱਲ ਸੁਣਨੀ ਸ਼ੁਰੂ ਕਰਤੀ ਤੇ ਪ੍ਰਮਾਤਮਾ ਨੂੰ ਹਾਜ਼ਰ ਨਾਜ਼ਰ ਸਮਝਿਆ ਤੇ ਵਿਵੇਕ ਨੇ ਉੱਪਰ ਆਈ ਜਾਣਾ ਵਾ। ਤੇ ਸਧਾਰਨ ਬੁੱਧੀ ਮੁੜ ਕੇ ਲੱਭਣੀ ਨਹੀਂ। ਫਿਰ ਆਖਰ ਤੇ ਵਿਵੇਕ ਹੀ ਰਹਿ ਜਾਣਾ। ਉਹ ਤੇ ਹੈਗੀ ਆ, ਇਹ ਨਹੀਂ ਕਹਿੰਦਾ ਕਿ ਸਧਾਰਨ ਬੁੱਧੀ ਨਹੀਂ ਰਹੂਗੀ, ਹੈਗੀ ਉੱਥੇ, ਪਰ ਸ਼ਕਤੀਹੀਨ ਹੈ। ਕਿੱਦਾਂ ਦੀ? ਜਿੱਦਾਂ ਕੋਈ ਚੀਜ਼ ਟੁੱਟ ਗਈ ਹੈ, ਹੈਗੀ ਉੱਥੇ ਹੈ। ਜਿੱਦਾਂ ਪੱਤਾ ਟੁੱਟ ਗਿਆ, ਉਹਦੇ ਚ ਸ਼ਕਤੀ ਨਹੀਂ ਹੈਗੀ, ਬਿਨਾਂ ਸ਼ਕਤੀ ਤੋਂ ਹੈਗਾ। ਠੀਕ ਹੈ ਨਾ ਜੱਜ ਸਾਹਿਬ? ਅਗਲਾ ਸ਼ਲੋਕ ਆ ਗਿਆ। ਨਾਤੀ ਤੋਤੀ ਸੰਭੀ ਸੁੱਤੀ ਆਏ ਨਚਿੰਦ ਫਰੀਦਾ ਰਹੀ ਸੋ ਬੇੜੀ ਹਿੰਗ ਦੀ ਗਈ ਕਥੂਰੀ ਗੰਧ। ਆਹ ਕੀ ਕਹਿ ਰਹੇ ਫਰੀਦ ਜੀ? ਹੁਣ ਦੇਖੋ ਇਹਦੇ ਵਿੱਚ ਭਾਵ ਅਰਥ ਕਿਸ ਤਰ੍ਹਾਂ ਨਿਕਲਣਗੇ। ਦੇਖੋ ਇਹਦੇ ਵਿੱਚ ਕਹਿੰਦੇ ਨਾਤੀ ਧੋਤੀ ਸੰਭੀ ਜਿਹੜਾ ਦਾ ਮਤਲਬ ਹੁੰਦਾ ਹੈ ਸਵਾਰੀ ਹੋਈ।
ਆਪਣੇ ਵੱਲੋਂ ਚੰਗੀ ਤਰ੍ਹਾਂ ਸਜੀ ਸਵਾਰੀ ਜਿਹੜੀ ਜੀਵ ਇਸਤਰੀ ਹੈ ਪਰਮਾਤਮਾ ਨੂੰ ਮਿਲਣਾ ਚਾਹੁੰਦੀ ਆ, ਪਤੀ ਨੂੰ ਮਿਲਣਾ ਚਾਹੁੰਦੀ ਆ, ਉਹਦੀ ਗੱਲ ਕਰ ਰਹੇ ਭਾਈ। ਨਹਾਤੀ ਧੋਤੀ ਸੰਭਈ ਸੁੱਤੀ ਆਏ ਨਿਚਿੰਤ, ਕਹਿੰਦੇ ਆ ਕੇ ਬੇਫਿਕਰ ਹੋ ਕੇ ਸੌਂ ਗਈ। ਫਰੀਦਾ ਰਹੀ ਸੋ ਬੇੜੀ ਹਿੰਗ ਦੀ, ਕਹਿੰਦੇ ਹਿੰਗ ਦੀ ਉਹ ਤਾਂ ਗੁੱਠੀ ਜਿਹੜੀ ਹੈਗੀ ਹਿੰਗ ਦੀ ਗੰਢੀ ਰਹਿ ਗਈ। ਕਹਿੰਦੇ ਬਸ ਰਹੀ ਸੋ ਬੇੜੀ ਹਿੰਗ ਦੀ। ਹਿੰਗ ਕੀ ਹੁੰਦੀ ਹੈ? ਹਿੰਗ ਜਿਹੜੀ ਹੈ ਕਿਸੇ ਜਗ੍ਹਾ 'ਤੇ ਮਾੜੀ ਜਿਹੀ ਹਿੰਗ ਤੁਸੀਂ ਖੋਲ੍ਹ ਦਿਓ, ਉਹਨੂੰ ਡੱਬੀ ਨੂੰ ਢੱਕਣ ਖੋਲ੍ਹ ਦਿਓ, ਤੁਹਾਨੂੰ ਕੋਈ ਨਾ ਦੂਰੋਂ ਹੀ ਨਜ਼ਰ ਆ ਜਾਏਗੀ ਭਾਈ ਹਿੰਗ। ਔਰ ਜਿਹੜੀ ਹੈਗੀ ਆਪਣਾ ਕਿਹਦਾ ਹੁੰਦਾ ਹੈ ਲਸਣ ਜਿਹੜਾ ਹੈਗਾ, ਕਿਤੋਂ ਮਰਜੀ ਕੋਨੇ ਬੈਠ ਕੇ ਖਾ ਲਓ ਤਾਂ ਵੀ ਉਹਦੀ ਜਿਹੜੀ ਹੈਗੀ ਆਪਾਂ ਨੂੰ ਬਦਬੂ ਆ ਜਾਂਦੀ ਹੈ। ਗਈ ਕਥੂਰੀ ਗੰਧ, ਕਥੂਰੀ ਕਹਿੰਦੇ ਕਸਤੂਰੀ ਜਿਹੜੀ ਹੈਗੀ ਉਹਦੀ ਸੁਗੰਧ ਜਿਹੜੀ ਹੈਗੀ ਉਹ ਚਲੀ ਗਈ। ਹੁਣ ਇਹਦੇ ਵਿੱਚ ਜਿਹੜਾ ਹੈਗਾ ਇਹਦੇ ਭਾਵਾਰਥ ਕੀ ਹੈਗੇ ਆ ਤਾਂ ਹੋਏ ਇਹਦੇ ਅੱਖਰੀ ਜਿਹੜੇ ਹੈਗੇ ਆਪਾਂ ਨੇ ਇਹਨੂੰ ਅੱਖਰਾਂ ਦੇ ਨਾਲ ਜਿਹੜਾ ਹੈਗਾ ਇਹ ਗ੍ਰਾਮਰ ਦੇ ਹਿਸਾਬ ਦੇ ਨਾਲ ਜਿਹੜਾ ਹੈਗਾ ਇਹਨੂੰ ਆਪਾਂ ਨੇ ਇਹਦੇ ਅਰਥ ਕਰ ਲਏ, ਟੀਕਾ ਕਰ ਲਿਆ ਆਪਾਂ ਨੇ। ਜਿਹੋ ਜਿਹਾ ਟੀਕਾ ਹੁੰਦਾ ਹੈ ਉਹ ਜਿਹਾ ਟੀਕਾ ਕਰ ਲਿਆ। ਤਾਂ ਟੀਕਾ ਹੈਗਾ ਭਾਈ। ਹੁਣ ਇਹਦੇ ਸਪਿਰਚੁਅਲ ਜਿਹੜੇ ਹੈਗੇ ਅਧਿਆਤਮਿਕ ਜਿਹੜੇ ਹੈਗੇ ਅਰਥ ਕੀ ਹੈਗੇ? ਫਰੀਦਾ ਨਹਾਤੀ ਧੋਤੀ ਸੰਭਈ। ਫਰੀਦ ਜੀ ਕਹਿੰਦੇ ਆ ਕਰਮ ਕਾਂਡਾਂ ਦੇ ਵਿੱਚ ਮੈਂ ਇੰਨੀ ਖੂਬੀ ਹੋਈ, ਇੰਨਾ ਬੇਫਿਕਰ ਹੋ ਕੇ ਜਿਹੜੀ ਹੈਗੀ ਆ ਮੈਂ ਕਰਮ ਕਾਂਡ ਕੀਤੇ ਵੀ ਮੈਂ ਆ ਭਗਤੀ ਹੈਗੀ। ਨਹਾ ਲੈ ਧੋ ਲੈ, ਪਾਠ ਕਰ ਲਿਆ, ਗੁਰਦੁਆਰੇ ਜਾਏ, ਮੰਦਰ ਜਾਏ, ਮਸਜਿਦ ਜਾਏ, ਨਮਾਜ਼ਾਂ 5 ਪੜ੍ਹ ਲੀਆਂ, ਸਾਰਾ ਕੁਛ ਤੀਰਥਾਂ 'ਤੇ ਮੱਕਾ ਮਦੀਨਾ ਸਾਰਾ ਹੋਇਆ ਹੈ ਅਤੇ ਆਪਾਂ ਨਿਸ਼ਚਿੰਤ ਹੋ ਗਏ ਬਈ ਭਗਤੀ ਕਰ ਲਈ। ਹੁਣ ਤਾਂ ਬਸ ਰੱਬ ਜਿਹੜਾ ਹੈ ਸਭ ਤੋਂ ਅਗਲੀ ਕਲਾਸ ਦੇ ਵਿੱਚ ਸਭ ਤੋਂ ਅਗਲੀ ਸੀਟ ਮੈਨੂੰ ਮਿਲਣੀ ਆ। ਹੁਣ ਨਹਾਤੀ ਧੋਤੀ ਸੰਭਈ ਸੁੱਤੀ ਆਏ ਨਿਚਿੰਦ, ਫਰੀਦਾ ਰਹੀ ਸੋ ਬੇੜੀ ਹਿੰਗ ਦੀ, ਗਈ ਕਥੂਰੀ ਗੰਧ। ਉਹ ਕਹਿੰਦੇ ਪਿਆਰਿਆ ਤੇਰੇ ਅੰਦਰ ਜਿਹੜੇ ਔਗੁਣ ਸੀਗੇ ਨਾ ਉਹ ਔਗੁਣ ਤਾਂ ਉੱਥੇ ਦੇ ਉੱਥੇ ਰਹਿ ਗਏ। ਹੋਰ ਜਿਹੜੇ ਹੈਗੇ ਤੇਰੇ ਅੰਦਰ ਜਿਹੜੇ ਗੁਣ ਸੀਗੇ ਉਹ ਗੁਣ ਹੋਰ ਉੱਡ ਗਏ। ਤੈਨੂੰ ਜਿਹੜਾ ਹੈਗਾ ਹੋਰ ਹੰਕਾਰ ਆ ਗਿਆ, ਹਉਮੈ ਆ ਗਈ। ਭਗਤੀ ਦਾ ਹੰਕਾਰ ਹੋ ਗਿਆ ਤੇਰਾ। ਭਗਤੀ ਤਾਂ ਕੀਤੀ ਨਹੀਂ ਤੂੰ, ਤੈਨੂੰ ਇਹ ਕਰਮ ਕਾਂਡਾਂ ਦਾ ਹੀ ਹੰਕਾਰ ਹੋ ਗਿਆ ਬਈ। ਹਾਂ ਬਸ ਸੁੱਤੀ ਆਏ ਨਿਸ਼ਚਿੰਤ ਬਈ, ਬਸ ਮੈਨੂੰ ਤਾਂ ਹੁਣ ਮਾਲਕ ਪਰਮਾਤਮਾ ਨੇ ਜੱਫੀ ਪਾ ਲੈਣੀ ਆ। ਹੁਣ ਫਰੀਦਾ ਰਹੀ ਸੋ ਬੇੜੀ ਹਿੰਗ ਦੀ, ਗਈ ਕਥੂਰੀ ਗੰਧ। ਤੇਰੇ ਗੁਣ ਜਿਹੜੇ ਸੀਗੇ ਪਿਆਰਿਆ ਉਹ ਵੀ ਗਵਾ ਲਏ, ਉਹਦੀ ਜਗ੍ਹਾ 'ਤੇ ਵੀ ਹੰਕਾਰ ਆ ਗਿਆ ਤੇਰੇ ਅੰਦਰ, ਹਉਮੈ ਆ ਗਈ। ਹਾਂਜੀ ਵੀਰ ਜੀ। ਹੁਣ ਦੇਖੋ ਇਹ ਗੱਲ ਆ ਮੈਂ ਆਪ ਜੀ ਦੇ ਨਾਲ ਪਹਿਲਾਂ ਕਿੰਨੇ ਸਮੇਂ ਤੋਂ ਪਹਿਲਾਂ ਕੀਤੀ ਹੈ। ਉਹ ਕਹਿੰਦਾ ਕਿ ਲਓ ਜੀ ਤੁਹਾਨੂੰ ਨਾਮਦਾਨ ਦੇ ਦਿੱਤਾ ਜੀ ਤੇ ਸਾਡੀ ਫੋਟੋ ਨੂੰ ਲਿਆਓ ਅੰਤਰ ਧਿਆਨ 'ਚ ਤੇ ਤੁਸੀਂ ਮੁਕਤ। ਸੁਪੀਰੀਅਰ ਕੰਪਲੈਕਸ। ਇਸ ਨੇ ਕੀ ਕੀਤਾ ਕਿ ਸੰਸਾਰ ਦੇ ਅੰਦਰ ਬਹੁਤ ਜ਼ਿਆਦਾ ਭਰਮ ਫੈਲਾ ਦਿੱਤਾ ਹੈ ਔਰ ਲੋਕ ਏਦਾਂ ਹੀ ਆਪਣੇ ਆਪ ਨੂੰ ਮੁਕਤ ਸਮਝਦੇ ਆ। ਆਪ ਜਦੋਂ ਇਤਿਹਾਸ ਤੇ ਨਜ਼ਰ ਮਾਰਦੇ ਜੋ ਉੱਥੇ ਬਨਾਰਸ ਦੇ ਵਿੱਚ ਹੀ ਨਿੱਜਾ ਸਾਹਿਬ ਹੈਗਾ ਨਾ ਖੂਹ ਜਿੱਚ ਆਰਾ ਲੱਗਾ ਸੀ, ਬਿਲਕੁਲ ਉੱਪਰੋਂ ਸਿੱਧੇ ਕਹਿੰਦੇ ਜਾਂ ਸਿੱਧੀ ਛਾਲ ਮਾਰੋ 2 ਫਾੜ ਹੋ ਜਾਣਗੇ, ਸਿੱਧੇ ਉੱਪਰ ਤੋਂ ਥੱਲੇ ਤੱਕ 2 ਟੋਟੇ ਅਲੱਗ। ਤੂੰ ਸਵਰਗ ਦੇ ਵਿੱਚ ਬਸ ਹਮੇਸ਼ਾ ਮਾਨ, ਉੱਥੇ ਲੈ ਹੂਰ ਪਰੀਆਂ ਸਾਰੀਆਂ ਜੋ ਵੀ ਹੈਗਾ ਸਭ ਕੁਝ ਤੈਨੂੰ ਉੱਥੇ ਮਿਲ ਜੂਗਾ ਤੇ ਬਾਕੀ ਸਮਾਨ ਇੱਥੇ ਦੇ ਜਾ। ਹਾਂ ਪਹਿਲਾਂ ਗੋਰਖੀ ਸਾਹਿਬ ਇਹ ਨਿੱਜਾ ਸਾਹਿਬ ਹਾਂਜੀ ਪਹਿਲਾਂ ਜਿਹੜਾ ਹੈਗਾ ਉਹਦੇ ਗਲੇ ਦਾ ਹਾਰ, ਉਹਦੀਆਂ ਮੁੰਦਰੀਆਂ ਜੋ ਮਾਲ ਪੈਸਾ ਧਨ ਦੌਲਤ ਪਹਿਲਾਂ ਕਹਿੰਦੇ ਇੱਧਰ ਦੇ ਜਾ, ਇਹਨੂੰ ਜਮ੍ਹਾਂ ਕਰਾ ਦੇ ਸਾਡੇ ਕੋਲ। ਆਹੋ ਤੇ ਨਿੱਜਾ ਸਾਹਿਬ ਜੇ ਇੱਥੇ ਸਵਰਗ ਮਿਲਦਾ ਤੇ ਆਪ ਕਿਉਂ ਨਹੀਂ ਚੱਲ ਜਾਂਦੇ? ਇੱਕ ਛੋਟਾ ਜਿਹਾ ਸਵਾਲ। ਫਿਰ ਬਾਹਮਣ ਨੇ ਚੁੱਕ ਕੇ ਮਾਰਨਾ ਸੀਗਾ ਪਹਿਲਾਂ ਤਾਂ ਸਿੱਧਾ ਉਹਦੇ ਵਿੱਚ। ਅੱਗੇ ਤੇਰਾ ਭਲਾ ਮੈਂ ਕਰਦਾ, ਤੂੰ ਪਹੁੰਚਿਆ ਪਹਿਲਾਂ, ਤੂੰ ਮੈਨੂੰ ਜੋ ਸਲਾਹਾਂ ਦੇਂਦੇ ਤੂੰ ਇੱਥੇ ਕੀ ਕਰਨੇ ਆ? ਹਾਂ ਇੱਕ ਨਾ ਗੋਰਖੀ ਸਾਹਿਬ ਮੈਨੂੰ ਇੱਕ ਜਿਹੜੀ ਆ ਨਾ, ਮੈਂ ਇੱਥੇ ਮਾਫ ਕਰਨਾ, ਮੈਂ ਥੋੜੀ ਜਿਹੀ ਛੋਟੀ ਜਿਹੀ ਜਿਹੜੀ ਹੈਗੀ, ਇੱਕ ਜੱਟ ਜਿਹੜਾ ਸੀਗਾ ਸਿੱਧਾ ਸਾਦਾ ਵਿਚਾਰਾ ਸੀਗਾ ਤੇ ਉਹ ਚਲਾ ਗਿਆ ਕਿਤੇ ਜਿਹੜਾ ਹੈਗਾ ਉੱਥੇ ਹਰਿਦੁਆਰ ਤੇ ਪਾਂਡੇ ਦੇ ਆ ਗਿਆ ਪੇਸ਼ ਤੇ ਕਹਿੰਦਾ ਜੀ ਆ ਦੇਖ ਤੇਰੀ ਬਹੀ ਖਾਤੀ, ਆ ਤੇਰਾ ਪਿਓ ਜਿਹੜਾ, ਆ ਤੇਰਾ ਦਾਦਾ, ਆ ਤੇਰਾ ਸਾਰਾ ਪਰਦਾਦਾ, ਆ ਸਾਡੇ ਕੋਲ ਉਹਨਾਂ ਕੋਲ ਹੈਗੀ ਸਾਰੀ ਬਹੂ ਜਿਹੜੀ ਬਹੀ ਜਿਹੜੀ ਆਪਣੇ ਪਹਿਲਾਂ ਪੂਰਵਜ ਜਾਂਦੇ ਸੀ ਉੱਥੇ, ਉਹਨਾਂ ਨੇ ਬਹੀਆਂ ਰੱਖੀਆਂ ਹੋਈਆਂ ਸੀ ਵੀ ਆਹ ਪਿੰਡ ਦੇ ਸਾਰੇ ਸਾਡੇ, ਆਹ ਪਿੰਡ ਦੇ ਵੰਡੇ ਹੋਏ ਸੀ ਪਿੰਡ ਉਹਨਾਂ ਨੇ। ਤੇ ਉਹ ਗਿਆ ਤੇ ਜਾ ਕੇ ਕਹਿੰਦਾ ਦੇਖ ਉੱਥੇ ਤਾਂ ਜਿਹੜਾ ਉਹਨਾਂ ਨੂੰ ਚਾਹ ਬਣਾਉਣ ਦੀ ਵੀ ਜਿਹੜੀ ਹੈ ਤਕਲੀਫ ਹੋ ਰਹੀ ਹੈ, ਦੁੱਧ ਦੀ ਤਾਂ ਬੜੀ ਤੰਗੀ ਹੈਗੀ ਉਹਨਾਂ ਨੂੰ ਤੇਰੇ ਪੂਰਵਜਾਂ ਨੂੰ, ਤੇ ਤੂੰ ਜਿਹੜਾ ਹੈਗਾ ਇੱਥੇ ਊਂ ਹੀ ਜਿਹੜਾ ਹੈਗਾ ਬੇਫਿਕਰ ਹੋ ਕੇ ਘੁੰਮ ਰਿਹਾ।
ਕਹਿੰਦੇ ਮੈਂ ਕੀ ਕਰਾਂ ਜੀ, ਹੱਥ ਜੋੜੇ। ਕਹਿੰਦਾ ਮੈਂ ਕੀ ਕਰਾਂ? ਕਹਿੰਦੇ ਆਹ ਦੇਖ, ਆਹ ਚਿੱਟੀ ਗਾਂ ਦੇਖ, ਇਹਨੂੰ ਦਾਨ ਕਰ ਦੇ। ਕਹਿੰਦੇ ਕਿਵੇਂ ਕਰਾਂ ਦਾਨ? ਕਹਿੰਦੇ ਲਿਆ ਕੱਢ 20 ਰੁਪਈਏ ਦੇ, ਆਹ ਗਊ ਚੱਕ, ਲੈ ਲਾ ਗਊ ਤੇ ਦਾਨ ਕਰ ਦੇ ਇਹਨੂੰ, ਬ੍ਰਾਹਮਣ ਨੂੰ ਦਾਨ ਕਰ, ਤੇ ਉਹਨਾਂ ਨੂੰ ਸਿੱਧੀ ਜਿਹੜਾ ਹੈਗਾ ਬਿਲਕੁਲ ਗਾਂ ਮਿਲ ਜਾਏਗੀ ਉਹਨਾਂ ਨੂੰ ਜਾ ਕੇ, ਤੇ ਉਹ ਦੁੱਧ ਖੁਣੋਂ ਜਿਹੜਾ ਹੈਗੇ ਬਿਲਕੁਲ ਬੇਫਿਕਰ ਹੋ ਜਾਣਗੇ। ਤੇ ਉਹਨੇ ਦਿੱਤੇ 20 ਰੁਪਏ ਤੇ ਉਹਨੇ ਫੜਾਤੀ ਰੱਸੀ, ਤੇ ਫਿਰ ਕਹਿੰਦਾ ਦਾਨ ਕਰ ਦੇ। ਕਹਿੰਦਾ ਇਹ ਗਊ ਮੇਰੀ ਹੋ ਗਈ? ਹਾਂ। ਕਹਿੰਦੇ ਤੇਰੀ ਹੋ ਗਈ, ਹੁਣ ਤੂੰ ਦਾਨ ਕਰ ਦੇ। ਕਹਿੰਦਾ ਮੇਰੀ ਮਰਜ਼ੀ ਹੈ ਦਾਨ ਕਰਾਂ ਕਿ ਨਾ ਕਰਾਂ। ਚਲੋ ਸ਼ਿੰਗਾਰਿਆ, ਚੱਲ ਚਲੀਏ ਪਿੰਡ ਨੂੰ, ਨਾ ਦੁੱਧ ਪੀਵਾਂਗੇ ਜਾ ਕੇ। ਸੋ ਇਹ ਦੇਖੋ ਸਾਧ ਸੰਗਤ ਜੀ, ਇਹਨਾਂ ਚੀਜ਼ਾਂ 'ਚ ਆਪਾਂ ਉਲਝੇ ਆ, ਕਰਮ ਕਾਂਡਾਂ 'ਚ, ਔਰ ਇਹ ਲੋਕ ਇਸੇ ਚੀਜ਼ ਦਾ ਫਾਇਦਾ ਉਠਾ ਰਹੇ ਨੇ। ਇੰਨਾ ਗਿਆਨ, ਇੰਨੀ ਟੈਕਨੋਲੋਜੀ ਆ। ਆਪ ਦੇਖੋ ਬਾਣੀ ਦੇ ਵਿੱਚ ਕਿਤੇ ਵੀ ਕੋਈ ਗੱਪ ਮਾਰੀ ਆ ਕਿ ਫਲਾਨੀ ਜਗ੍ਹਾ ਤੇ ਮੱਥਾ ਟੇਕ ਕੇ ਤੇ ਤੇਰੀ ਫਲਾਨੀ ਬਿਮਾਰੀ ਦੂਰ ਹੋ ਜੂ? ਨਿੱਜਰ ਸਾਹਿਬ, ਇਹ ਗੱਲ ਨੋਟ ਕੀਤਾ ਆਪਨੇ? ਬਿਲਕੁਲ ਨਹੀਂ ਹੈ, ਬਿਲਕੁਲ ਨਹੀਂ ਹੈਗੀ। ਕਿਤੇ ਲਿਖੀ ਆ? ਬਾਣੀ ਤਾਂ ਕਹਿੰਦੀ ਆ ਕਿ ਜਿੱਥੇ ਤੂੰ ਮੱਥਾ ਟੇਕਦਾ ਆ ਉੱਥੇ ਕਿਸੇ ਨੇ ਭਗਤੀ ਕੀਤੀ ਆ ਪਿਆਰਿਆ, ਤੂੰ ਵੀ ਕਰ ਲਾ ਤੇ ਤੇਰਾ ਵੀ ਬਣ ਜਾਊਗਾ ਕੋਈ ਸਥਾਨ। ਹਾਂ, ਪਰ ਜੇ ਤੂੰ ਮੱਥਾ ਟੇਕ ਕੇ ਘਰ ਆ ਜਾਏਗਾ ਤੇ ਇੱਕ ਵਾਰ ਤੁਕ 'ਚ ਮਨਾ ਕਰ ਰਹੇ ਜੋ। ਕਹਿੰਦੇ ਕਿ ਤੈਨੂੰ ਉੱਥੋਂ ਮੋਟੀਵੇਸ਼ਨ ਮਿਲ ਸਕਦਾ ਹੈ, ਬਾਣੀ ਪੜ੍ਹਿਆ ਤੈਨੂੰ ਗਿਆਨ ਹੋਊ, ਤੇਰੇ ਅੰਦਰ ਜਿਹੜੀ ਸਮਰੱਥ ਹੈ। ਦੇਖੋ ਆਪਾਂ ਕਈ ਵਾਰੀ ਕਿਤਾਬ ਪੜ੍ਹਦੇ ਹਾਂ, ਕਿਤਾਬਾਂ 'ਚ ਕੀ ਲਿਖੀਆਂ ਹੁੰਦੀਆਂ ਚੰਗੀਆਂ ਗੱਲਾਂ। ਪਰਸੋਂ ਮੈਂ ਇੱਕ ਕਿਤਾਬ ਪੜ੍ਹ ਰਿਹਾ ਸੀ, ਉਹ ਕਹਿੰਦੇ ਕਿ ਏਦਾਂ ਕਰੋ ਕਿ ਤੁਸੀਂ ਦੇਖੋ ਕਿ ਤੁਸੀਂ ਸਫਲ ਕਿਉਂ ਨਹੀਂ ਹੋ ਰਹੇ, ਉਹ ਕੰਮ ਕਰਨਾ ਸੀ, ਹੋਇਆ ਕਿਉਂ ਨਹੀਂ? ਜੇ ਨਹੀਂ ਹੋਇਆ ਤੇ ਕਹਿੰਦੇ ਕਾਰਨ ਕੀ ਆ? ਕਾਰਨ ਲੱਭੋ, ਕਾਰਨਾਂ ਨੂੰ ਕੱਟ ਦਿਓ ਤੇ ਕੰਮ ਹੋ ਜਾਏਗਾ। ਕਿਤਾਬ ਨੇ ਤਾਂ ਕੁਛ ਵੀ ਨਹੀਂ ਕਰਨਾ। ਕਿਤਾਬ ਨੇ ਮੈਨੂੰ ਦੱਸਿਆ ਵਾ ਕੇਵਲ ਕਿ ਫਲਾਨੀ ਜਗ੍ਹਾ ਤੇ ਪਾਣੀ ਮਿਲਦਾ ਹੈ, ਪਾਣੀ ਪੀਵੇਂਗਾ ਤੇਰੀ ਪਿਆਸ ਬੁੱਝ ਜੂਗੀ। ਹੁਣ ਮੇਰੇ ਵਰਗਾ ਨਿੱਜਰ ਸਾਹਿਬ ਇਹੋ ਗੱਲ ਪੜ੍ਹ ਕੇ ਸ਼ਾਂਤੀ ਨਾਲ ਬੈਠਾ ਹੈ ਕਿ ਪਿਆਸ ਬੁੱਝ ਜੂਗੀ। ਸੱਚੀ ਮੇਰੀ ਪਿਆਸ ਬੁੱਝਣੀ ਆ? ਨਹੀਂ। ਉਹ ਕਿਤਾਬ ਦਾ ਮਤਲਬ ਇਹ ਆ, ਉੱਥੇ ਜਾ, ਉੱਥੇ ਖੂਹ ਹੈਗਾ, ਠੀਕ ਹੈ, ਨਹੀਂ ਤੇ ਉੱਥੇ ਕਿਸੇ ਤਰੀਕੇ ਨਾਲ ਉੱਥੇ ਪਾਣੀ ਹੈਗਾ, ਉਹਨੂੰ ਪਾਣੀ ਨੂੰ ਪ੍ਰਾਪਤ ਕਰ। ਉਹ ਪਾਣੀ ਪੀਵੇਂਗਾ, ਤੇਰਾ ਜਿਹੜਾ ਅੰਦਰ ਆ ਜਿਹੜੀ ਤ੍ਰਿਪਤੀ ਹੋ ਜਾਏਗੀ। ਤੇ ਇੱਕ ਹੋਰ ਗੱਲ ਹੈ ਗੋਰਖੀ ਸਾਹਿਬ, ਇਹਦੇ ਵਿੱਚ ਸਮਾਪਤ ਕਰਨਾ, ਇੱਕ ਹੋਰ ਜਿਹੜੀ ਹੈਗੀ ਭੇਤ ਵਾਲੀ ਗੱਲ ਹੈਗੀ ਕਿ ਜਿਹੜੇ ਜੋ ਕੁਛ ਗਿਆਨ ਤੈਨੂੰ ਦੇ ਰਿਹਾ ਨਾ ਕੋਈ ਵੀ ਉਹ ਉੱਥੇ ਜਾਏਗਾ ਤੇ ਉੱਥੇ ਦੇਖਿਆ ਗਿਆ ਬੰਦਾ ਜਾ ਕੇ ਦੇਖਿਆ ਤੇ ਉੱਥੇ ਤਾਂ ਖੂਹ ਹੀ ਨਹੀਂ ਸੀਗਾ। ਤੇ ਘੱਟ ਤੋਂ ਘੱਟ ਇੰਨਾ ਤਾਂ ਪਤਾ ਲੱਗ ਗਿਆ ਵੀ ਆਹ ਜਿਹੜਾ ਗਿਆਨ ਹੈਗਾ, ਆਹ ਜਿਹਨੂੰ ਮੈਂ ਰਿਫਰ ਕਰ ਰਿਹਾ, ਜਿਹੜੇ ਮਹਾਂਪੁਰਖ ਜੋ ਵੀ ਗਿਆਨ ਦੇ ਰਹੇ ਆ, ਇਹ ਝੂਠਾ ਹੈਗਾ ਗਿਆਨ। ਇਹ ਵੀ ਤਾਂ ਪਤਾ ਲੱਗ ਗਿਆ, ਨਹੀਂ ਤਾਂ ਜਿਹੜਾ ਇਸੇ ਦੇ ਨਾਲ ਹੀ ਲੱਗੇ ਰਹਿਣਾ ਸੀ ਆਪਾਂ ਨੇ। ਹਾਂ ਨਿੱਜਰ ਸਾਹਿਬ, ਉਹ ਤੇ ਕਹਿੰਦੇ ਆ ਕਿ ਆ ਸਾਡੇ ਕੋਲ ਲੈ ਜਾਓ ਨਾਮਦਾਨ, ਪਰ ਉੱਥੇ ਉਹਨਾਂ ਨੂੰ ਇੱਕ ਸਵਾਲ ਕਰੋ ਤੁਸੀਂ ਕਿ ਮਹਾਰਾਜ ਆਪ ਮੇਰੇ ਤੇ ਇੱਕ ਕਿਰਪਾ ਕਰੋ, ਇਹਨੂੰ ਇਹ ਦੱਸੋ, ਮੈਨੂੰ ਸਮਝਾਓ ਕਿ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਖਤਮ ਹੋ ਜਾਣਗੇ ਇਹਦੇ ਨਾਲ? ਕਿਤੇ ਉਹ ਕਹਿੰਦੇ ਨਿੱਜਰ ਸਾਹਿਬ ਇਹ ਗੱਲ? ਤੇ ਕਿਤੇ ਨਹੀਂ ਕਹਿਣਗੇ ਤੁਹਾਨੂੰ। ਉਹ ਇੰਨੀ ਗੱਲ ਕਰਦੇ ਆ, ਐ ਲੈ ਜਾਓ ਤੇ ਤੁਸੀਂ ਮੁਕਤ ਹੋ ਜਾਓਗੇ, ਉੱਥੇ ਸਤਿਗੁਰੂ ਆਊਗਾ, ਤੁਹਾਡੇ ਬੰਦੇ ਚੁੱਕ ਕੇ ਲੈ ਜਾਊਗਾ, ਬਸ ਤੁਹਾਨੂੰ ਵੀ ਲੈ ਜਾਊਗਾ, ਤੁਹਾਡੇ ਨਾਲ ਜਿਹੜੇ ਅੱਗੇ ਪਿੱਛੇ ਉਹ ਵੀ ਚੁੱਕੇ ਜਾਣਗੇ। ਤੇ ਬਾਕੀ ਜੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੀ ਗੱਲ, ਤੇ ਉਹ ਕਹਿੰਦੇ ਕਿ ਤੁਸੀਂ ਏਦਾਂ ਕਰੋ, ਮਾਇਆ ਤਿਆਗ ਕਰ ਦਿਓ, ਪਰ ਏਦਾਂ ਕਰੋ ਕਿ ਹਾਂ ਜਿਹੜੀ 2-4 ਕਿੱਲੇ ਪੈਲੀ ਆ ਸਾਡੇ ਧਾਰਮਿਕ ਸਥਾਨ ਦੇ ਨਾਂ ਦੇ ਕਰ ਜੋ। ਨਿੱਜਰ ਸਾਹਿਬ, ਇਹ ਕਿਹੜਾ ਧਰਮ ਹੈ? ਬਿਲਕੁਲ। ਏਦਾਂ ਜਿਹੜੇ ਤੁਹਾਡੇ ਕੋਲ 10-20 ਲੱਖ ਜਿਹੜਾ ਤੁਸੀਂ ਜਮਾ ਕੀਤਾ ਉਹ ਸਾਨੂੰ ਦੇ ਜਾਓ। ਪਰ ਇਹ ਨਹੀਂ ਆਪਣੇ ਮਨ 'ਚ ਸਵਾਲ ਆਉਂਦਾ, ਪਰ ਬਾਣੀ 'ਚ ਤੇ ਕਿਤੇ ਨਹੀਂ ਲਿਖਿਆ ਕਿ ਏਦਾਂ ਦਾ ਕੋਈ ਪੈਸਾ ਦੇਣਾ ਹੈ। ਆਪਾਂ ਪੈਲੀ ਲਾ ਦੋ, ਪਰ ਲਾ ਦਿੰਦੇ ਨੇ ਆਪਣੇ ਲੋਕ। ਪਰ ਆਪ ਸੋਚਦੇ ਹੋ ਕਿ ਪੈਲੀ ਲਾਇਆ ਤਾਂ ਸੱਚੀ ਸਵਰਗ 'ਚ ਚੱਲ ਜਾਓਗੇ? ਜਿੱਡੀ ਸੋਚ ਰੱਖ ਕੇ ਬੈਠੇ ਜੋ। ਤੇ ਬਿਰਲਾ ਟੈਂਪਲ, ਦੁਨੀਆ ਵੇਖੋ ਇੰਡੀਆ 'ਚ ਕਿੰਨੇ ਟੈਂਪਲ ਬਣੇ ਨੇ, ਉਹ ਬੰਦਾ ਸਿੱਧਾ ਸਵਰਗ 'ਚ ਪਹੁੰਚਿਆ ਹੋਊਗਾ, ਪਰ ਨਹੀਂ ਜਾ ਸਕਦਾ। ਉਹ ਨਾ ਮਨਾ ਕਰ ਰਹੇ ਆ ਤੁਕ 'ਚ। ਉਹ ਕਹਿੰਦੇ ਉਹ ਕੋਈ ਅਲੱਗ ਚੀਜ਼ ਆ। ਤੇ ਫਿਰ ਗਰੀਬ ਬੰਦਾ ਕਿੱਥੋਂ ਮੰਦਿਰ ਬਣਾਊਗਾ? ਉਹ ਕਿੱਥੋਂ ਗੁਰਦੁਆਰੇ ਬਣਾਊਗਾ? ਹੋਰ ਕਿਤੇ ਪੈਸੇ ਨਹੀਂ ਹੈਗੇ ਤੇ ਉਹ ਫਿਰ ਕਿੱਥੇ ਜਾਣਗੇ ਵਿਚਾਰੇ? ਇਹਦਾ ਮਤਲਬ ਕੁਛ ਹੋ ਰਿਹਾ। ਉਹ ਸਾਡਾ ਜੀਵਨ ਆ, ਅਸੀਂ ਕਿੱਦਾਂ ਬਤੀਤ ਕਰਦੇ ਹਾਂ। ਗਰੀਬ ਅਮੀਰ ਹੋਣ ਦੇ ਨਾਲ ਕੋਈ ਫਰਕ ਨਹੀਂ ਪੈਂਦਾ। ਫਿਰ ਤਾਂ ਅਮੀਰ ਹੀ ਸਾਰਾ ਪੁੰਨ ਕਰੀ ਜਾਣਗੇ, ਦਾਨ ਵੀ ਉਹ ਕਰਨਗੇ, ਤੇ ਗਰੀਬ ਤੇ ਵਿਚਾਰੇ ਕੋਈ ਇੰਨੇ ਕੁ ਪੈਸੇ ਆ, ਉਹਦਾ ਤਾਂ ਮਰ ਕੇ ਘਰ ਦਾ ਹੀ ਤੇਲ ਫੁਲਕਾ ਹੀ ਬਣਨਾ, ਉਹਦਾ ਥੋੜੇ ਜਿਹੇ ਪੈਸੇ ਹੋਣੇ ਆ, ਮਰ ਕੇ ਘਰ ਹੀ ਚੱਲੂਗਾ। ਹੋਰ ਕੁਛ ਪੈਸੇ ਨਹੀਂ ਹੈਗੇ ਦਾਨ ਕਰਨ ਵਾਸਤੇ। ਉਹ ਕਿੱਥੋਂ ਲੋਕਾਂ ਨੂੰ ਬੂਟ ਲੈ ਕੇ ਦੇ ਦੂ, ਕਿੱਥੋਂ ਜੁੱਤੀਆਂ ਲੈ ਕੇ ਦੇ ਦੂ, ਕਿੱਥੋਂ ਕਰੂਗਾ ਏਡੇ ਵੱਡੇ ਕੰਮ? ਤੇ ਕਿਉਂ ਨਰਕ 'ਚ ਚੱਲ ਜੂਗਾ? ਨਹੀਂ, ਧਰਮ 'ਚ ਏਦਾਂ ਦੀ ਕੋਈ ਗੱਲਬਾਤ ਨਹੀਂ ਹੈਗੀ।
ਇਟ ਡਜ਼ਨਟ ਮੈਟਰ। ਇੱਕ ਗਰੀਬ ਆਦਮੀ ਜੇ 1 ਰੁਪਇਆ ਵੀ ਚੜਾਉਂਦਾ ਹੈ ਨਾ ਕਿਸੇ ਚੰਗੀ ਜਗ੍ਹਾ ਤੇ, ਉਹ ਅਮੀਰ ਦੇ ਕਰੋੜਾਂ ਦੇ ਬਰਾਬਰ ਹੈ। ਇਹ ਬੜੀ ਤਗੜੀ ਗੱਲ ਆ। ਕਿਉਂ? ਕਿਉਂਕਿ ਉਹ ਦੇ ਰਿਹਾ ਹੈ, ਲੈ ਨਹੀਂ ਰਿਹਾ। ਤੇ ਜੇ ਕੋਈ ਵੱਡਾ ਦੇ ਰਿਹਾ ਦਾਨ, ਹੁਣ ਕੀ ਤਾਂ ਕੋਲ ਕਿੱਥੋਂ ਪੈਸਾ ਆਇਆ? ਉਹ ਪ੍ਰੈਕਟੀਕਲੀ ਉਹ ਸੱਚੀ ਮਾਲਕ ਹੈਗਾ ਉਹ ਪੈਸੇ ਦਾ। ਇੰਨਾ ਪੈਸਾ ਕਿੱਥੋਂ ਆ ਗਿਆ? ਮਿਹਨਤ ਦੇ ਨਾਲ ਤਾਂ ਇੰਨਾ ਪੈਸਾ ਆ ਨਹੀਂ ਸਕਦਾ। ਹਾਂਜੀ, ਕਈ ਹੋਰ ਤਰੀਕੇ ਹੈਗੇ ਨੇ, ਲੋਕ ਏਦਾਂ ਦਾ ਜੀਵਨ ਬਤੀਤ ਕਰਦੇ ਨੇ। ਫਿਰ ਉਹਨਾਂ ਨੂੰ ਡਰ ਲੱਗਦਾ ਨਰਕ ਦਾ। ਫਿਰ ਕੀ ਕਰਦੇ ਕਿ ਉਹ ਨਰਕ ਉਸ ਪੈਸੇ ਚੋਂ ਗੁਰਦੁਆਰੇ ਚੜਾਉਂਦੇ ਆ ਜਾਂ ਮੰਦਿਰ ਤੇ ਚੜਾਉਂਦੇ ਆ। ਆਪ ਜਸਟ ਸੋਚੋ, ਜਿਹੜਾ ਪੈਸਾ ਤੁਹਾਡਾ ਨਹੀਂ ਆ, ਕੀ ਪ੍ਰਕਿਰਤੀ ਨੂੰ ਸਵੀਕਾਰ ਕਰੂਗੀ? ਤੁਸੀਂ ਪ੍ਰਕਿਰਤੀ ਨੂੰ ਬੇਵਕੂਫ ਬਣਾ ਸਕਦੇ ਜੋ? ਨਹੀਂ। ਇੱਕ ਬੰਦਾ ਇੱਥੇ ਘਰੇ ਬੈਠਾ, ਉਹਦੇ 2 ਬਜ਼ੁਰਗ ਹੈਗੇ ਨੇ, ਉਹਦੀ ਕੋਈ ਸੇਵਾ ਸੁਆ ਨਹੀਂ ਕਰਦਾ। ਇੱਕ ਕਿਸੇ ਜਗ੍ਹਾ ਤੇ ਜਾ ਕੇ, ਮੈਂ ਨਾਂ ਨਹੀਂ ਲਵਾਂਗਾ, ਉਹ ਕੋਈ ਫਿਰ ਲੋਕਾਂ ਦੀ ਭਾਵਨਾ ਨੂੰ ਠੇਸ ਪਹੁੰਚਦੀ ਹੈ, ਉੱਥੇ ਜਾ ਕੇ ਤੁਸੀਂ ਸੇਵਾ ਕਰੋ। ਕੀ ਸੱਚੀ ਪਰਮਾਤਮਾ ਮੰਨੇਗਾ ਉਹਨੂੰ? ਨਹੀਂ, ਬਿਲਕੁਲ ਨਹੀਂ ਮੰਨੇਗਾ। ਯਾਰ, ਇਹ ਮੇਰਾ ਘਰ ਆ, ਮੇਰੇ ਘਰ ਦੇ ਗੁਆਂਢ ਬੱਤੀ ਨਹੀਂ ਆ ਰਹੀ, ਮੈਂ 50 ਪਿੰਡ ਛੱਡ ਕੇ ਉੱਥੇ ਬੱਤੀ ਦੀ ਸਪਲਾਈ ਦੇਵਾਂਗਾ। ਕੀ ਪ੍ਰਮਾਤਮਾ ਬੇਵਕੂਫ ਆ ਜਾਂ ਮੈਂ ਪ੍ਰਮਾਤਮਾ ਨੂੰ ਬੇਵਕੂਫ ਸਮਝਦੇ ਆ? ਕਿਹੜੀ ਸੋਚ ਦੇ ਆਪਾਂ ਮਾਲਕ ਆ? ਭਾਈ ਸਾਹਿਬ, ਤੁਹਾਡੇ ਤੋਂ ਸ਼ੁਰੂ ਹੋਣੀ ਆ ਗੱਲ, ਤੇ ਤੁਹਾਡੇ ਆਲੇ ਦੁਆਲੇ ਤੋਂ ਸ਼ੁਰੂ ਹੋਣੀ ਆ। ਤੁਸੀਂ ਏਦਾਂ ਨਹੀਂ ਕਰ ਸਕਦੇ 50 ਘਰ ਛੱਡ ਕੇ ਤੇ 50 ਤੋਂ ਬਾਅਦ ਕਹਿ ਦੋ ਕਿ ਵੀ ਤੇਰੇ ਨਾਲ ਮੇਰਾ ਬੜਾ ਪਿਆਰ ਆ। ਜਿੱਥੇ ਤੁਸੀਂ ਹੈਗੇ, ਜੋ ਤੁਹਾਨੂੰ ਕੰਮ ਉੱਥੋਂ ਹੀ ਸ਼ੁਰੂ ਕਰਨਾ ਪਊਗਾ। ਸਭ ਤੋਂ ਪਹਿਲਾਂ ਤੁਹਾਡੀ ਪਤਨੀ, ਤੁਹਾਡੇ ਬੱਚੇ, ਉਸ ਤੋਂ ਬਾਅਦ ਗੱਲ ਜਾਣੀ ਆ ਤੁਹਾਡੇ ਮਾਂ-ਬਾਪ, ਉਸ ਤੋਂ ਬਾਅਦ ਕੰਮ ਤੁਰਨਾ ਜੇ। ਤੇ ਜੇ ਇਹ ਹੀ ਨਾ ਸੁੱਖ ਮਾਣ ਸਕੇ ਤੇ ਬਾਕੀ ਦੇ ਦੂਰ ਹੈਗੇ ਨੇ। ਹੁਣ ਤੁਸੀਂ ਕਹੋਗੇ ਕਿ ਅਸੀਂ ਉੱਥੇ, ਉਹ ਤੇ ਫਿਰ ਤੁਹਾਡੇ ਮਨ ਦੀ ਮਰਜ਼ੀ ਆ, ਕਿਉਂਕਿ ਮਨ ਜਿੱਥੇ ਖੁਸ਼ ਰਹਿੰਦਾ ਉੱਥੇ ਜਾ ਕੇ ਉਹਨੂੰ ਚੰਗਾ ਲੱਗਦਾ ਹੈ। ਪਰ ਜਿੱਥੇ ਤੁਹਾਡੇ ਵਿਚਾਰ ਨਹੀਂ ਰਲਦੇ ਉੱਥੇ ਰੌਲਾ ਪੈਂਦਾ। ਤੁਸੀਂ ਉੱਥੋਂ ਕੰਨੀ ਕਤਰਾ ਜਾਂਦੇ ਜੋ, ਉੱਥੋਂ ਭੱਜ ਜਾਂਦੇ ਜੋ। ਤੇ ਪਰ ਬਾਣੀ ਕਹਿੰਦੀ ਨਹੀਂ, ਏਦਾਂ ਨਾ ਕਰ, ਕਿਉਂਕਿ ਇਮਤਿਹਾਨ ਜਿੱਥੇ ਤੇਰਾ ਹੈਗਾ, ਤੂੰ ਉੱਥੇ ਔਖਾ ਇਮਤਿਹਾਨ ਛੱਡ ਕੇ ਤੂੰ ਬਾਹਰ ਸੌਖਾ ਇਮਤਿਹਾਨ ਕਰਦਾ ਹੈ। ਨਿੱਜਾ ਸਾਹਿਬ, ਬਿਲਕੁਲ ਸੌਖਾ ਹੈ ਨਾ ਉੱਥੇ, ਕਿਉਂਕਿ ਵਿਚਾਰਾਂ ਨਾਲ ਵਿਚਾਰ ਰਲਦੇ ਨੇ। ਤੇ ਜਿੱਥੇ ਪੇਪਰ ਹੈ, ਬੰਦਾ ਤੋਂ ਭੱਜ ਜਾਂਦਾ। ਸੋ ਇੱਥੇ ਕੋਸ਼ਿਸ਼ ਆਪਾਂ ਇਹ ਕਰੀਏ ਕਿ ਜਿਹੜੇ ਲੋਕੀ ਸਾਨੂੰ ਵਹਿਮਾਂ ਭਰਮਾਂ ਚ ਪਾਉਂਦੇ ਆ, ਉਹ ਬਾਣੀ ਕਹਿੰਦੀ ਨਾ, ਏਦਾਂ ਨਾ ਕਰ। ਤੇਰੇ ਅੰਦਰ ਬੁੱਧੀ ਹੈਗੀ, ਰੱਬ ਨੇ ਤੈਨੂੰ ਬੁੱਧੀ ਦਿੱਤੀ, ਤੈਨੂੰ ਸਭ ਪਤਾ ਹੈ, ਪਰ ਇੱਥੇ ਆ ਕੇ ਤੂੰ ਏਦਾਂ ਨਾ ਕਰ, ਕਿਉਂਕਿ ਤੇਰਾ ਨੁਕਸਾਨ ਹੈ, ਕਿਸੇ ਦਾ ਨੁਕਸਾਨ ਨਹੀਂ। ਹਾਂਜੀ ਨਿਜਾ ਸਾਹਿਬ। ਹਾਂ, ਬਿਲਕੁਲ। ਬਾਣੀ ਜਿਹੜੀ ਹੈਗੀ, ਬਾਹਰੀ ਭੇਖ ਨੂੰ, ਬਾਹਰੀ ਜਿਹੜਾ ਹੈ ਵੇਸ਼ ਨੂੰ, ਕਰਮ ਕਾਂਡਾਂ ਨੂੰ ਕੱਟਦੀ ਹੈ ਭਾਈ। ਜਿਹਦੇ ਨਾਲ ਆਪਣੀ ਪ੍ਰੋਗਰੈਸ ਨਹੀਂ ਆ ਰਹੀ ਭਾਈ, ਉਹ ਕੰਮ ਨਾ ਕਰੀਏ ਆਪਾਂ। ਜਿਹੜਾ ਹੈਗਾ ਲੋਕ ਦਿਖਾਵਾ ਨਾ ਕਰੀਏ ਔਰ ਭਰਮ ਦੇ ਵਿੱਚ ਨਾ ਪਈਏ। ਜੋ ਜਿਹੜੇ ਹੈਗੇ ਬ੍ਰਹਮ ਗਿਆਨ ਕਹਿ ਰਿਹਾ ਆ, ਉਹ ਕੰਮ ਕਰੀਏ ਆਪਾਂ, ਤਾਂ ਜਿਹੜੇ ਗੁਣ ਆਉਣਗੇ ਔਰ ਅਵਗੁਣ ਜਾਣਗੇ, ਤਾਂ ਜਿਹੜੇ ਹੈਗੇ ਆਪਣਾ ਜਿਹੜਾ ਜੀਵਨ ਦੀ ਬਾਜੀ ਜਿਹੜੀ ਹੈਗੀ ਆਪਾਂ ਜਿੱਤ ਪਾਵਾਂਗੇ। ਤੇ ਜੋਬਨ ਜਾਂਦੇ ਨਾ ਡਰਾਂ, ਜੇ ਸ਼ਹਿ ਪ੍ਰੀਤ ਨਾ ਜਾਏ। ਫਰੀਦਾ ਕਿਤੀ ਜੋਬਨ ਪ੍ਰੀਤ ਬਿਨ ਸੁੱਕ ਗਏ ਕੁਮਲਾਏ। ਫਰੀਦ ਜੀ ਕਹਿ ਰਹੇ, ਕਹਿੰਦੇ ਕਿ ਮੇਰਾ ਆ ਮਨੁੱਖੀ ਜੂਨ ਜਿਹੜੀ ਹੈਗੀ ਜਾ ਰਹੀ ਹੈ, ਤੇ ਇਹਨੇ ਤਾਂ ਜਾਣਾ ਹੀ ਆ, ਹਰੇਕ ਦਾ ਚਲੇ ਜਾਣੀ ਆ। ਮੇਰੀ ਜਵਾਨੀ ਜਾਂਦੀ ਹੈ ਨਾ, ਜਾਂਦੀ ਹੈ ਤੇ ਜਾਏ। ਕਹਿੰਦੇ ਮੈਨੂੰ ਕੀ ਪ੍ਰੋਬਲਮ ਹੈਗੀ ਆ, ਬਸ ਮੇਰੇ ਮਾਲਕ ਦੀ ਪ੍ਰੀਤ ਨਾ ਕਿਤੇ ਚਲੇ ਜਾਏ। ਆ ਭਗਤੀ ਜਿਹੜੀ ਹੈਗੀ ਮੇਰੇ ਜੀਵਨ ਤੋਂ ਨਾ ਕਿਤੇ ਖੁੱਸ ਜਾਏ। ਆਹ ਰਸਤਾ ਨਾ ਮੈਂ ਕਿਤੇ ਛੱਡ ਦੇਵਾਂ, ਨਹੀਂ ਤਾਂ ਫਰੀਦਾ ਕਿਤੀ ਜੋਬਨ ਪ੍ਰੀਤ ਬਿਨ ਸੁੱਕ ਗਏ ਕੁਮਲਾਏ। ਕਿੰਨੇ ਜਿਹੜੇ ਹੈਗੇ ਦੇਖ ਲਓ, ਜਿਹੜਾ ਹੈਗਾ ਸਤਯੁਗ, ਤ੍ਰੇਤਾ, ਦੁਆਪਰ, ਕਲਯੁਗ, ਕਿੰਨੀ ਵਾਰੀ ਜਿਹੜਾ ਹੈਗਾ ਸਾਈਕਲ ਜਿਹੜਾ ਹੈਗਾ ਚੱਲ ਰਿਹਾ ਹੈ, ਕਿੰਨੀ ਵਾਰੀ ਮਨੁੱਖਾ ਜੂਨ ਮਿਲੀ ਹੈ, ਕਿੰਨੇ ਕੁ ਜੋਬਨ ਆਪਾਂ ਨੇ ਇਸ ਤਰ੍ਹਾਂ ਜਿਹੜੇ ਹੈਗੇ ਗਵਾ ਦਿੱਤੇ ਆ ਪਾਏ, ਐਵੇਂ ਹੀ ਬਗੈਰ ਜਿਹੜਾ ਹੈਗਾ ਮਾਲਕ ਪਰਮਾਤਮਾ ਦੀ ਪ੍ਰੀਤ ਦੇ। ਜੇ ਪ੍ਰੀਤ ਕੀਤੀ ਹੁੰਦੀ ਤੇ ਹੁਣ ਜਿਹੜਾ ਹੈਗਾ ਆਪਾਂ ਇਹ ਦੁਨੀਆ ਦੇ ਵਿੱਚ ਨਹੀਂ ਹੁੰਦੇ। ਜੋਬਨ ਜਾਂਦੇ ਨਾ ਡਰਾਂ, ਜੇ ਸ਼ਹਿ ਪ੍ਰੀਤ ਨਾ ਜਾਏ। ਫਰੀਦਾ ਕਿਤੀ ਜੋਬਨ ਪ੍ਰੀਤ ਬਿਨ ਸੁੱਕ ਗਏ ਕੁਮਲਾਏ। ਹਾਂਜੀ ਵੀਰ ਜੀ। ਹਾਂਜੀ, ਫੇਰ ਸਾਨੂੰ ਸਮਝਾ ਰਹੇ ਨੇ, ਜਿੱਦਾਂ ਮਾਂ-ਬਾਪ ਆਪਣੇ ਬੱਚੇ ਨੂੰ ਸਮਝਾਉਂਦੇ ਆ, ਕਿੱਦਾਂ ਸਮਝਾਉਂਦੇ ਆ? ਉਹ ਹਮੇਸ਼ਾ ਹੀ ਸਮਝਾਉਂਦੇ ਨੇ, ਇੱਕ ਸਕਾਰਾਤਮਕ ਪਿਆਰ ਦਾ ਰਿਸ਼ਤਾ ਬੱਚੇ ਨਾਲ ਬਣਾ ਕੇ ਰੱਖਦੇ ਨੇ। ਉਸ ਰਿਸ਼ਤੇ ਨੂੰ ਤੋੜਦੇ ਨਹੀਂ। ਉਹ ਕਿਉਂ ਨਹੀਂ ਤੋੜਦੇ? ਜੇ ਰਿਸ਼ਤਾ ਤੋੜਤਾ ਨਾ ਪਿਆਰ ਵਾਲਾ, ਤੇ ਫਿਰ
ਤੁਸੀਂ ਉਹਦੇ ਨਾਲ ਕਮਿਊਨੀਕੇਸ਼ਨ ਨਹੀਂ ਕਰ ਸਕਦੇ। ਫਿਰ ਤੁਸੀਂ ਚੰਗੀ ਗੱਲ ਵੀ ਸਮਝਾਓਗੇ, ਉਹਨੇ ਗੱਲ ਤੁਹਾਡੀ ਨਹੀਂ ਸੁਣਨੀ। ਕਿਉਂ ਨਹੀਂ ਸੁਣਨੀ? ਕਿਉਂਕਿ ਤੁਹਾਡੇ ਇੱਕ ਜਗ੍ਹਾ ਤੇ 2-4% 5% ਤੁਹਾਡਾ ਐਗਰੀਮੈਂਟ ਹੋਣਾ ਬਹੁਤ ਜ਼ਰੂਰੀ ਹੈ। ਉਹਦਾ ਕਿੱਦਾਂ ਕਮਿਊਨੀਕੇਸ਼ਨ ਕਰੋਗੇ ਤੁਸੀਂ? ਜੇ ਤੁਸੀਂ ਬੋਲਣਾ ਹੈ ਤਾਂ ਉਹਨੇ ਸੁਣਨਾ ਹੀ ਨਹੀਂ। ਕਿਉਂ ਨਹੀਂ ਸੁਣਨਾ? ਕਨੈਕਸ਼ਨ ਨਹੀਂ ਹੈਗਾ ਵਿੱਚ। ਦੇਖੋ, ਬੱਤੀ ਆ, ਬੱਤੀ ਤੁਸੀਂ ਕਿਸੇ ਜਗ੍ਹਾ ਤੇ ਭੇਜਣੀ, ਮੰਨ ਲਓ ਪ੍ਰਕਾਸ਼ ਕਰਨਾ ਹੈ, ਤੇ ਸਭ ਕਨੈਕਸ਼ਨ ਤੇ ਜ਼ਰੂਰੀ ਨਾ ਤਾਰ ਦਾ। ਬਿਲਕੁਲ ਕਨੈਕਸ਼ਨ ਜ਼ਰੂਰੀ ਹੈ। ਜੇ ਨਹੀਂ ਕਨੈਕਸ਼ਨ ਤੇ ਫਿਰ ਭਾਵੇਂ 1000 ਕੀ 5000 ਵਾਟ ਬੱਤੀ ਹੋਵੇ, ਉਹ ਕੋਈ ਫਾਇਦਾ ਨਹੀਂ ਜੋ ਹੈਗਾ। ਇਸ ਲਈ ਕਨੈਕਸ਼ਨ ਬੜਾ ਜ਼ਰੂਰੀ। ਕਿਸੇ ਵੀ ਨੂੰ ਆਪਾਂ ਸਮਝਾਉਣਾ ਵੀ ਚਾਹੁੰਦੇ ਹਾਂ, ਉਹਨੂੰ ਅੰਡਰਸਟੈਂਡਿੰਗ ਵੀ ਰੱਸੀ ਸੁੱਟੀ ਥੱਲੇ, ਵੀ ਰੱਸੀ ਫੜ ਕੇ ਬਾਹਰ ਆ ਜਾ। ਤੇ ਹੁਣ ਉਹ ਤੁਹਾਡੇ ਨਾਲ ਵਿਚਾਰ ਹੀ ਨਹੀਂ ਰਲਦੇ। ਤੁਸੀਂ ਰੱਸੀ ਕੀ ਪੌੜੀ ਵੀ ਦੇ ਦੋਗੇ, ਉਹਨੇ ਚੜ੍ਹਨਾ ਹੀ ਨਹੀਂ। ਉਹਨੇ ਕਹਿਣਾ ਕਿ ਤੂੰ ਕੌਣ ਹੁੰਦਾ ਮੈਨੂੰ ਕਹਿਣ ਵਾਲਾ, ਕਿ ਤੁਹਾਡੀ ਅੰਡਰਸਟੈਂਡਿੰਗ ਨਹੀਂ ਹੈਗੀ। ਕਮ ਸੇ ਕਮ ਤੁਹਾਡੀ ਗੱਲ ਤੇ ਸੁਣੇ, ਤੁਹਾਡੀ ਭਾਸ਼ਾ ਤੇਰੀ ਹਾਂ ਜਾਂ ਮਿਲਾਵੇ, ਫਿਰ ਉਸ ਨੂੰ ਆਪਾਂ ਕੁਝ ਕੰਮ ਕਰਵਾ ਹੀ ਸਕਦੇ। ਹੁਣ ਬਾਣੀ ਤੇ ਇਹ ਕਹਿੰਦੀ ਆ ਕਿ ਜੋਬਨ ਪਤਾ ਨਹੀਂ ਕਿੰਨੇ ਲੰਘ ਹਾਂ, ਉਹ ਰਿਸ਼ਤਾ ਨਹੀਂ ਤੋੜਦੇ ਪਏ ਸਾਡੇ ਨਾਲ। ਉਹ ਸਾਨੂੰ ਇਸ ਹਿਸਾਬ ਨਾਲ ਸਮਝਾਉਂਦੇ ਫਰੀਦ ਜੀ ਕਿ ਤੁਸੀਂ ਇਹ ਚੀਜ਼ ਨੂੰ ਦੇਖੋ ਕਿ ਕਾਫੀ ਸਮਾਂ ਹੋ ਗਿਆ, ਕਾਫੀ ਜੋਬਨ ਲੰਘੇ ਨੇ। ਫਿਰ ਵੇਖੋ ਲੰਘੇ ਜੋਬਨ ਤੇ ਫਿਰ ਕੀ ਹੁੰਦਾ? ਕਈ ਵਾਰੀ ਤੁਹਾਡੇ ਤੇ ਜਵਾਨੀ ਆਈ ਆ, ਫੁੱਲ ਬਣੇ ਜੋ, ਫਿਰ ਸੁੱਕ ਗਏ, ਮਰ ਗਏ, ਮਤਲਬ ਹੌਲੀ ਹੌਲੀ ਮਰ ਗਿਆ ਫੁੱਲ। ਫਿਰ ਜੋਬਨ ਆਇਆ, ਫਿਰ ਸੁੱਕ ਗਏ, ਫਿਰ ਮਰ ਗਿਆ। ਸੋ ਇਸੇ ਤਰ੍ਹਾਂ ਪਤਾ ਨਹੀਂ ਕਿੰਨਾ ਕੁ ਕੰਮ ਚੱਲ ਚੁੱਕਿਆ ਤੇ ਤੁਸੀਂ ਕਈ ਵਾਰੀ ਘੁਮਲਾ ਚੁੱਕੇ ਜੋ, ਤੇ ਜਿਹੜੀ ਉਹ ਪ੍ਰੀਤ ਕਿਉਂ ਨਹੀਂ ਪੈ ਰਹੀ? ਪ੍ਰੀਤ ਵੱਲ ਤਾਂ ਸਾਡਾ ਧਿਆਨ ਹੀ ਨਹੀਂ ਹੈ। ਸਾਡਾ ਧਿਆਨ ਤੇ ਕਿਤੇ ਹੋਰ ਹੈ, ਕਿਉਂਕਿ ਲੋਕੀ ਜਿੱਥੇ ਦੌੜ ਰਹੇ ਨੇ, ਅਸੀਂ ਉਹਨਾਂ ਨਾਲ ਵੇਖ ਕੇ ਅਸੀਂ ਵੀ ਦੌੜਨਾ ਸ਼ੁਰੂ ਕਰਦੇ ਹਾਂ। ਕਿਤੇ ਮਨ 'ਚ ਇਹ ਵਿਚਾਰ ਨਹੀਂ ਆਉਂਦਾ, ਮੈਂ ਜੋ ਕਰ ਰਿਹਾ, ਬਾਣੀ ਕਹਿੰਦੀ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਆ, 5 ਬੁਖਾਰ ਚੜੇ ਆ। ਉਹ ਇਹਨਾਂ ਬੁਖਾਰਾਂ ਨੂੰ ਤੇ ਕੋਈ ਫਰਕ ਨਹੀਂ ਪਿਆ, ਤੇ ਕਮ ਸੇ ਕਮ ਦਵਾਈ ਚੈੱਕ ਕਰ ਲਓ। ਦਵਾਈ ਬੈਦ ਬਦਲੋ। ਵੈਦ ਨਹੀਂ ਹੈਗਾ ਤੇ ਨਹੀਂ ਕਿਸੇ ਕੋਈ ਦਵਾਈ ਲੈਣੀ, ਕਮ ਸੇ ਕਮ ਉਹਦੀ ਗੱਲ ਤੇ ਸੁਣੋ। ਉਹਨੂੰ ਕਹਿ ਰੁਪਈਆ 300 ਲੈ ਭਰਾਵਾ, ਮੈਨੂੰ ਦੱਸ ਕਿ ਮੈਨੂੰ ਆਹ ਪ੍ਰੋਬਲਮ ਹੀ, ਤੇ ਆਹ ਮੈਂ ਸਾਲਟ ਲੈ ਰਹੀ, ਆਹ ਮੈਂ ਮੈਡੀਸਨ ਖਾ ਰਿਹਾ, ਮੈਂ ਠੀਕ ਕਿਉਂ ਨਹੀਂ ਹੋ ਰਿਹਾ? ਉਹ ਦੱਸੂਗਾ ਕਿ ਬਈ ਇਹ ਜਿਹੜਾ ਡਾਇਗਨੋਸ ਕੀਤਾ ਹੈ, ਇਹ ਤੇਰਾ ਪ੍ਰੋਪਰ ਨਹੀਂ ਹੋਇਆ। ਤੇ ਜਿਹੜਾ ਬੰਦਾ ਤੈਨੂੰ ਦਵਾਈ ਵੀ ਦੇ ਰਿਹਾ, ਇਹਦੇ ਵਿੱਚ ਵੀ ਗੜਬੜ ਹੈ। ਇਹ ਗੱਲਬਾਤ ਨਹੀਂ ਹੈਗੀ। ਇਸੇ ਕਰਕੇ ਤੇਰੀ ਬਿਮਾਰੀ ਨਹੀਂ ਬਾਹਰ ਆਉਣ ਦੀ। ਔਰ ਇਹ ਗੱਲ ਦਾ ਫੈਸਲਾ ਬਾਣੀ ਕਹਿੰਦੀ ਤੂੰ ਕਰ, ਜਿਹਦਾ ਫੁੱਲ ਸੰਡਿਆ ਵਾ। ਆਹ ਬੰਦੇ ਦੀ ਗੱਲ ਕਰਦੇ ਜੋ ਤੁਹਾਡੀ ਤੇ ਮੇਰੀ ਦੀ ਗੱਲ ਕਰਦੇ, ਤੇ ਕਹਿੰਦੇ ਕਿ ਜਿੱਥੇ ਜੋ ਬਣਾ ਕੇ ਚਲਾ ਜਾਂਦਾ ਹੈ, ਇਹ ਉਹਨੂੰ ਪੁੱਛ ਰਿਹਾ। ਔਰ ਉਹ ਕੌਣ ਹੈ? ਮੈਂ ਤੇ ਤੁਸੀਂ। ਠੀਕ ਹੈ ਨਾ ਜੀ ਸਾਹਿਬ? ਹਾਂ, ਅੱਗੇ ਅੱਜ ਦਾ ਆਖਰੀ ਲਈ ਹੈ। ਫਰੀਦਾ ਚਿੰਤ ਖਟੋਲਾ, ਵਾਣ ਦੁੱਖ, ਬਿਰਹਿ ਵਿਛਾਵਣ ਲੇਫ। ਆਹ ਦੇਖ ਲਓ ਭਾਈ, ਜੋਬਨ ਆਉਂਦਾ ਹੈ, ਚਲੇ ਜਾਂਦਾ ਹੈ, ਆਹੀ ਕੁਛ ਰਹਿੰਦਾ ਹੈ ਇਨਸਾਨ ਦੇ ਅੰਦਰ। ਚਿੰਤਾ ਦਾ ਖਟੋਲਾ ਹੈਗਾ, ਚਿੰਤਾ ਦਾ ਮੰਜਾ ਹੈਗਾ ਉਹਦਾ। ਵਾਣ ਦੇ ਦੁੱਖ ਪਾਇਆ ਹੋਇਆ, ਵਿੱਚ ਵਾਣ ਦੁਖੀ ਹੁੰਦਾ ਹੈ ਇਹ ਸਵਾਦਾਂ ਦੇ ਵਿੱਚ, ਪਦਾਰਥਾਂ ਦੇ ਵਿੱਚ। ਫਿਰ ਵੀ ਜਿਹੜਾ ਹੈਗਾ ਨਹੀਂ ਉਹ ਜਿਹੜਾ ਹੈਗਾ ਐਸਾ ਚੋਗਾ ਪਾਇਆ ਮਾਲਕ ਨੇ ਕਿ ਨਹੀਂ ਜਿਹੜਾ ਛੱਡਿਆ ਜਾਂਦਾ। ਬਿਰਹਿ ਵਿਛਾਵਣ ਲੇਫ, ਔਰ ਪਰਮਾਤਮਾ ਤੋਂ ਵਿਯੋਗ ਹੀ ਰਹਿੰਦਾ ਹੈ। ਉਮਰ ਲੰਘ ਜਾਂਦੀ ਹੈ, ਜੋਬਨ ਚਲੇ ਜਾਂਦਾ ਹੈ, ਔਰ ਜਿਹੜਾ ਹੈਗਾ ਮਾਲਕ ਵੱਲ ਪਿਆਰ ਪੈਂਦਾ ਹੀ ਨਹੀਂ ਹੈ। ਉਹਦੇ ਤੋਂ ਜਿਹੜਾ ਹੈਗਾ ਵਿਰੋਧ ਹੀ ਰਹਿੰਦਾ ਹੈ ਭਾਈ, ਬਿਰਹਾ ਹੀ ਰਹਿੰਦਾ, ਉਹਦੇ ਤੋਂ ਮਾਲਕ ਤੋਂ ਵਿੱਥ ਹੀ ਰਹਿੰਦੀ ਹੈ। ਫਰੀਦਾ ਚਿੰਤ ਖਟੋਲਾ, ਵਾਣ ਦੁੱਖ, ਬਿਰਹਿ ਵਿਛਾਵਣ ਲੇਫ। ਇਹ ਹਮਾਰਾ ਜੀਵਣਾ, ਤੂੰ ਸਾਹਿਬ ਸੱਚੇ ਵੇਖ। ਹੇ ਮਾਲਕਾ, ਆਹ ਸਾਡਾ ਜੀਵਨ, ਮੇਰਾ ਜੀਵਨ ਤਾਂ ਇਹੋ ਜਿਹਾ ਹੈਗਾ, ਇਹ ਸਾਡਾ ਜੀਵਨ ਆਹ ਹੈਗਾ। ਇਹਦੇ ਵਿੱਚ ਜਿਹੜਾ ਹੈਗਾ ਤੇਰੀ ਭਗਤੀ ਹੈ ਨਹੀਂ ਗੀ। ਤੂੰ ਮਿਹਰ ਕਰ ਮਾਲਕਾ, ਤੂੰ ਜਿਹੜਾ ਹੈਗਾ ਸਾਨੂੰ ਗਿਆਨ ਦੇ, ਔਰ ਅਸੀਂ ਜਿਹੜਾ ਤੇਰੇ ਪਾਸੇ, ਤੇਰੇ ਵੱਲ ਨੂੰ ਜਿਹੜਾ ਹੈਗਾ ਅਸੀਂ ਤੇਰੀ ਯਾਦ ਦੇ ਵਿੱਚ ਔਰ ਧਿਆਨ ਦੇ ਵਿੱਚ ਤੇਰੇ ਵੱਲ ਨੂੰ ਜਿਹੜਾ ਹੈਗਾ ਗਤੀ ਕਰ ਸਕੀਏ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਉਹ ਮਨ ਦੀ ਅਵਸਥਾ ਦੱਸਦੇ ਨੇ ਕਿ ਮੇਰੇ ਪਿਤਾ ਅੰਦਰ ਤੇ ਗੱਲਬਾਤ ਕੋਈ ਨਹੀਂ ਹੈਗੀ। ਅੰਦਰ ਕੰਮ ਖਾਲੀ ਹੈ। ਲੋਕਾਂ ਨੂੰ ਮੈਂ ਧੋਖਾ ਦੇ ਸਕਦਾ ਬਾਹਰੋਂ ਕੱਪੜੇ ਪਾ ਕੇ ਕਿ ਮੈਂ ਧਾਰਮਿਕ ਹਾਂ, ਬੋਲ ਕੇ ਵੀ ਮੈਂ ਪ੍ਰਗਟ ਕਰ ਸਕਦਾ, ਕਿਉਂਕਿ ਲੋਕਾਂ ਦੀ ਬੁੱਧੀ ਕਿੰਨੀ ਕੁ ਹੈ। ਇੰਦਰੀਆਂ ਰਾਹੀਂ ਗਿਆਨ ਪ੍ਰਾਪਤ ਕਰਦੇ ਨੇ, ਮੈਂ ਬੋਲ ਦਾਂਗਾ, ਅੱਖਾਂ ਰਾਹੀਂ ਦੇਖਦੇ ਨੇ। ਦੇਖੋ ਸੈਂਸ ਹੀ ਹੈਗੀਆਂ ਸਾਡੀਆਂ, ਇੱਕ ਵੇਖ ਕੇ, ਇੱਕ ਬੋਲ ਕੇ, ਇੱਕ ਸੂੰਘ ਕੇ, ਇੱਕ ਖਾ ਕੇ ਜਾਂ ਸਪਰਸ਼ ਕਹਿ ਲਓ, ਇਹ ਲਿਮਟਿਡ ਨੇ। ਔਰ ਇਸ ਕਰਕੇ ਅਸੀਂ ਧੋਖਾ ਖਾ ਜਾਂਦੇ ਹਾਂ। ਹੁਣ ਇੱਕ
ਚੋਰ ਹੋਵੇ ਉਹ ਸੰਤਾਂ ਵਾਲੇ ਕੱਪੜੇ ਪਾਲੂਗਾ, ਤੇ ਸਾਡੀ ਅੰਤਰੀ ਨੇ ਤੇ ਇਹੋ ਕਹਿਣਾ ਇਹ ਬੰਦਾ ਸੰਤ ਆ। ਬਿਲਕੁਲ। ਇੱਕ ਬੰਦਾ ਵਿਹਲੜ ਹੈ ਜਿਹਨੇ ਕਿਤੇ ਜ਼ਿੰਦਗੀ 'ਚ ਕਿਤਾਬ ਨਾ ਫੜੀ ਹੋਏ ਤੇ ਮੇਰੇ ਸਾਹਮਣੇ ਇੱਕ ਬੱਚਾ ਐਨਕਾਂ ਲਾ ਕੇ ਆ ਜੇ ਤੇ ਮੈਂ ਕਹੂੰਗਾ ਬਹੁਤ ਪੜਾਕੂ ਆ, ਪਰ ਜਦ ਕਿ ਗੱਲ ਉਲਟੀ ਹੋਣੀ ਆ, ਕੀਤਾ ਐਨਕਾਂ ਤੇ ਕੋਈ ਵੀ ਲਾ ਸਕਦਾ, ਕਿਉਂਕਿ ਸਾਡੀ ਜੈਜਮੈਂਟ ਹੀ ਏਦਾਂ ਦੀ ਆ ਕਿ ਅਸੀਂ ਬਾਹਰ ਹੀ ਵੇਖ ਕੇ ਫਟਕ ਉਹ ਸਾਡੇ ਤੇ ਇੰਪੈਕਟ ਹੋ ਜਾਂਦਾ, ਕਿਉਂਕਿ ਸਾਡੀਆਂ ਸੈਂਸ ਹੈਗੀਆਂ ਨੇ। ਉਹ ਸੈਂਸ ਸਾਨੂੰ ਕਹਿੰਦੀਆਂ ਕਿ ਆਹ ਦੇਖ ਸੰਤ ਦਾ ਭੇਸ ਆ ਵਾ, ਏਦਾਂ ਦਾ ਹੋਣਾ ਚਾਹੀਦਾ ਵਾ, ਬਸ ਉਹਨੇ ਪਾਇਆ ਕ੍ਰਾਈਟੇਰੀਆ ਪੂਰਾ ਕੀਤਾ। ਔਰ ਉਹ ਨਾ ਸੰਤ ਹੈ ਕਿ ਅਸੰਤ ਹੈ ਇਹ ਸਾਨੂੰ ਤੇ ਪਤਾ ਨਹੀਂ ਨਾ। ਸੋ ਇਹ ਆਪਾਂ ਤੇ ਇਹੋ ਗੱਲ ਨੂੰ ਸੋਚੀਏ ਕਿ ਉਸ ਪਰਮਾਤਮਾ ਨੂੰ ਆਪਣੇ ਜੀਵਨ 'ਚ ਲੈ ਕੇ ਆਈਏ ਤੇ ਆਟੋਮੈਟਿਕਲੀ ਸੋਝੀ ਆ ਜਾਣੀ ਆ, ਕਿਤੇ ਜਾਣ ਦੀ ਲੋੜ ਨਹੀਂ। ਤੁਸੀਂ ਮਨ ਨੂੰ ਇਕਾਗਰ ਕਰ ਲਓ ਤੇ ਵਿਗਿਆਨ ਤੁਹਾਡੇ ਅੰਦਰ ਆਪਣੇ ਆਪ ਹੀ ਨੱਕਾ ਨੱਕ ਮਾਰ ਕੇ ਆਉਣਾ, ਭਰ ਜਾਣਾ ਤੇ ਤੁਸੀਂ ਆਪਣੇ ਆਪ ਹੀ ਭਰਮ ਤੋਂ ਵੱਖ ਹੋ ਜਾਣਾ। ਕੋਈ ਫਰਕ ਨਹੀਂ ਪੈਂਦਾ। ਹਾਂ, ਮਾਲਕ ਦੇ ਅੱਗੇ ਬੇਨਤੀ ਕਰ ਲਓ ਵੀ ਇਹ ਹਮਾਰਾ ਜੀਵਣਾ, ਤੂੰ ਸਾਹਿਬ ਸੱਚੇ ਵੇਖ, ਮਾਲਕਾ ਦੇਖ ਤੂੰ ਇਸ ਤਰ੍ਹਾਂ ਦਾ ਹੈਗਾ, ਮੈਂ ਮਿਹਰ ਕਰਦੇ ਹੁਣ ਮੈਨੂੰ ਆਪਣੇ ਰਸਤੇ ਤੇ ਤੋੜ ਦੇ, ਬਸ ਆਹੀ ਬੇਨਤੀ ਹੈਗੀ ਭਾਈ, ਕਰ ਲਓ। ਹਾਂ, ਕਿ ਮੈਂ ਕਲੇਮ ਨਹੀਂ ਕਰਦਾ ਬਈ, ਕਲੇਮ ਤੇ ਆਪਾਂ ਕਰ ਵੀ ਨਹੀਂ ਸਕਦੇ ਹਾਂ, ਆਪਣੇ ਕੋਲ ਨਹੀਂ, ਪਾਵਰ ਨਹੀਂ ਹੈਗੀ। ਠੀਕ ਹੈ, ਸੋ ਅੱਜ ਦੀ ਵਿਚਾਰ ਇੱਥੇ ਸਮਾਪਤ ਕਰੀਏ। ਹਾਂਜੀ ਵੀਰ ਜੀ, ਬਹੁਤ ਵਧੀਆ। ਇੱਕ ਓਮਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। हे ਮੇਰੇ ਪਿਤਾ ਗਰੀਬ ਨਵਾਜ, ਬਾਣੀ ਪੜ੍ਹਦਿਆਂ ਵਿਚਾਰ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਤੇ ਗਲਤੀਆਂ ਹੋ ਗਈਆਂ, ਨਿਦਾਨ ਬੱਚੇ ਸਮਝ ਕੇ ਮਾਫ ਕਰੋ। ਅੱਗੇ ਤੋਂ ਸ਼ੁੱਧ ਤੇ ਸਪਸ਼ਟ ਬਾਣੀ ਪੜ੍ਹਨ ਦੀ ਆਗਿਆ ਬਖਸ਼ਣੀ। ਮੇਰੇ ਮਾਲਿਕ, ਆਈਆਂ ਸੰਗਤਾਂ ਦੀ ਹਾਜ਼ਰੀ ਆਪਣੇ ਦਰ ਤੇ ਪ੍ਰਵਾਨ ਕਰਨੀ, ਘਰ ਵਿੱਚ ਸੁੱਖ ਸ਼ਾਂਤੀ ਬਖਸ਼ਣੀ, ਦੇਹ ਨਿਰੋਗਤਾ ਬਖਸ਼ਣੀ, ਕਾਰੋਬਾਰ 'ਚ ਵਾਧੇ ਪਾਉਣੇ। ਮੇਰੇ ਮਾਲਿਕ ਮਿਹਰ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਸਾਧ ਸੰਗਤ ਤੁਸੀਂ ਚੁੱਪ ਹੋ ਜਾਓ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਫਤਿਹ।